चेतावनी मत सहसा रह जाए, पाछै भोग जो भोगवे तिन को गुड़ लै खाहे। चेतावनी का मतलब चेतन करना, याद दिवाना। मत का मतलब मतां ते सहसा का मतलब है भरम। मतां कोई हसरत रह जाए, कोई गुमर रह जाए, कोई भुलेखा ना रह जाए। कबीर जी कहते हैं कि हे भाई, मैं तैनू ये चेता करांदा हां, मतां तेरे मन विच कोई भरम ना रहे, अपनी जिंदगी चों भरम कढ दे। पाछै भोग जो भोगवे तिन को गुड़ लै खाहे। पाछे का मतलब हैगा हुण तक। जिवें मेरी उम्र 62 साल है, तो हुण तक जो पिछली मैं जिंदगी जीवी है, हुण तक पिछले जीवन विच। भोग जो भोगवे का मतलब जिहड़े भोग भोगे ने, विकार कीते ने, जां जिन्हां नूं मैं सुख समझ के मैं भोग भोगदा रहा कि शायद मेरी जिंदगी विच सुख देणगे, क्रोध लोभ मोह वगैरह वगैरह। तिन को गुड़ लै खाहे, यह चीज थोड़ी जी समझण वाली है कि उन्हां दा गुड़ लै के खाहे का मतलब खा सकते हैं। गुड़ लैके खान का मतलब करीब करीब तुसी सारे ही समझ जाओगे। बच्चे जदों असीं हुंदे सां, दुकान ते जाईदा सी ना इंडिया समान लैण लई, कोई मिठा पत्ती लैना, कोई चीनी पत्ती, ते फिर भाई नूं आखीदा सी कि सानूं झुंगा दे। झुंगा तुसीं लैंदे रहे होगे सारे, आ वीर हरनेक सिंह जी हੱਸ रहे, लैंदे रहे झुंगा। ਤਾਂ ਉਹ ਇੰਨਾ ਕੁ ਨਾ, ਜਾਂ ਤਾਂ ਕੋਈ ਇੱਕ ਫਾੜੀ ਜੀ ਹੁੰਦੀ ਸੀ ਚੀਨੀ ਦੀ, ਉਹ ਦੇ ਦੇਣੀ, ਜਾਂ ਉਹਨੂੰ 2 ਫੁੱਲੀਆਂ ਦੇ ਦੇਣੀਆਂ, ਜਾਂ ਥੋੜਾ ਜਿਹਾ ਗੁੜ ਦੇ ਦੇਣਾ, ਇੰਨਾ ਕੁ। ਤਾਂ ਕਬੀਰ ਜੀ ਕਹਿੰਦੇ ਨੇ ਕਿ ਜਿਹੜੇ ਹੁਣ ਤੱਕ ਤੁਸੀਂ ਭੋਗ ਭੋਗੇ ਨੇ ਨਾ, ਉਹਨਾਂ ਦਾ ਜੇ ਤੁਸੀਂ ਸਾਰਾ ਲੇਖਾ ਜੋਖਾ ਕਰੋ ਤੇ ਉਹਨਾਂ ਦਾ ਗੁੜ ਮਿਲ ਸਕਦਾ ਥੋੜਾ ਜਿਹਾ, ਯਾਨੀ ਇੰਨਾ ਕਿ ਸੁੱਖ ਹੈ ਉਹਨਾਂ ਦਾ, ਜ਼ਿਆਦਾ ਨਹੀਂ, ਜਿਵੇਂ ਝੁੰਗਾ ਨਹੀਂ ਮਿਲਦਾ। ਹੁਣ ਦੇਖੋ 60-62 ਸਾਲ ਜ਼ਿੰਦਗੀ ਜੀਵੀ ਹੋਵੇ ਤੇ ਉਹਦੇ ਇਵਜ਼ਾਨੇ ਵਜੋਂ ਇੰਨਾ ਕੁ ਗੁੜ ਮਿਲ ਜਾਏ ਕਿ ਇੰਨਾ ਕਿ ਮਿਲ ਸਕਦਾ, ਤਾਂ ਕਿੰਨੀ ਅਫਸੋਸ ਵਾਲੀ ਗੱਲ ਹੈ ਨਾ। ਯਾਨੀ ਇੱਥੇ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਹੁਣ ਤੱਕ ਭੋਗ ਭੋਗੇ ਨੇ, ਉਹਨਾਂ ਦੀ ਵੈਲਿਊ ਕੋਈ ਨਹੀਂ ਹੈ। ਉਹਨਾਂ ਦਾ ਗੁੜ ਲੈ ਕੇ ਖਾ ਦਾ ਮਤਲਬ ਉਹਨਾਂ ਦਾ ਆਪਣਾ ਪਛਤਾਵਾ ਕਰਕੇ ਤੇ ਉਹਨਾਂ ਦਾ ਤਿਆਗ ਕਰ, ਇਹ ਚੇਤਾਵਨੀ ਹੈ। ਹੁਣ ਤੱਕ ਦੀ ਜੋ ਜ਼ਿੰਦਗੀ ਜੀਵੀ ਹੈ, ਇਹਦੇ ਅੰਦਰ ਜੇ ਖੁਸ਼ੀ ਨਹੀਂ ਮਿਲੀ, जो मैं चाहता सा वो खुशी मैनू नहीं मिली, वो प्यार नहीं मिलिया, वो सत्कार नहीं मिलिया, ते जे मैं अगे भी इसे टाइप की जिंदगी जीवांगा जिहो जी पिछे मैं हुण तक जींदा रहा हाँ, तो अगले जीवन विच मैनू की मिलेगा? वही कुछ मिलेगा ना जो हुण तक मिलिया है। जिहड़े मैं यतन कीते ने, जैसा मेरा सुभाव सी, मेरे बोल सन, मेरा विहार सी, ਉਹਦਾ रिजल्ट मेरे जीवन दे विच सुख जां दुख ने। ਤੇ ਜੇ ਮੈਂ ਸੇਮ ਉਸੇ ਤਰ੍ਹਾਂ ਦੀ ਜ਼ਿੰਦਗੀ ਜੀਵਾਂ ਤੇ ਅੱਗੇ ਵੀ ਰਿਜ਼ਲਟ ਇਹੀ ਨਿਕਲੇਗਾ। ਤਾਂ ਭਗਤ ਕਬੀਰ ਜੀ ਸਾਨੂੰ ਚੇਤਾਵਨੀ ਦੇ ਰਹੇ ਨੇ, ਚੇਤਨ ਕਰ ਰਹੇ ਨੇ ਕਿ ਹੁਣ ਤੱਕ ਦੇ ਜਿਹੜੇ ਭੋਗੇ ਹੋਏ ਭੋਗ ਨੇ, ਉਹਨਾਂ ਦਾ ਜਿਹੜਾ ਫਲ ਹੈ ਉਹ ਥੋੜੇ ਜਿਹੇ ਗੁੜ ਦੀ ਜਿੰਨਾ ਹੀ ਹੈ, ਉਹਨਾਂ ਦਾ ਸੁੱਖ ਉੱਚਾ ਹੈ। ਤੇ ਜੇ ਅੱਗੇ ਇਸ ਟਾਈਪ ਦੀ ਜ਼ਿੰਦਗੀ ਜੀਵੇਂਗਾ ਤਾਂ ਤੇਰੇ ਜੀਵਨ ਦੇ ਅੰਦਰ ਅੱਗੇ ਵੀ ਇਹ ਕੁਝ ਹੀ ਮਿਲੇਗਾ, ਇਸ ਤੋਂ ਜ਼ਿਆਦਾ ਨਹੀਂ। ਤਾਂ ਇਸ ਲਈ ਸਾਨੂੰ ਇੱਥੇ ਚੇਤਾਵਨੀ ਦੇ ਰਹੇ ਨੇ ਕਿ ਪਿਆਰਿਓ, ਆਪਣੀ ਸੋਚ ਨੂੰ ਬਦਲੋ, ਆਪਣੇ ਜੀਵਨ ਦੇ ਅੰਦਰ ਰਸ ਪੈਦਾ ਕਰੋ, ਗੁਣਾਂ ਦੇ ਧਾਰਨੀ ਹੋਵੋ। ਜੇ ਕੁਝ ਐਕਸਟਰਾ ਪਾਣਾ ਚਾਹੁੰਦੇ ਹੋ ਤੇ ਫਿਰ ਐਕਸਟਰਾ ਜ਼ਿੰਦਗੀ ਵੀ ਜੀਣੀ ਪਵੇਗੀ। ਅੱਗੇ ਕਹਿੰਦੇ ਹਨ ਕਬੀਰ, ਮੈਂ ਜਾਣਿਓ ਪੜਿਬੋ ਭਲੋ, ਪੜਬੇ ਸੋ ਭਲ ਜੋਗ, ਭਗਤ ਨਾ ਛਾਡੋ ਰਾਮ ਕੀ, ਭਾਵੇਂ ਨਿੰਦੋ ਲੋਗ। ਇਹਦਾ ਵਿਸਰਾਮ ਕਬੀਰ ਤੇ ਥੋੜਾ ਜਿਹਾ ਰੁਕਾਂਗੇ। ਕਬੀਰ, ਮੈਂ ਜਾਣਿਓ ਪੜਿਬੋ ਭਲੋ, ਪੜਬੋ ਨਹੀਂ ਬੋਲਾਂਗੇ, ਰਾੜੇ ਨਾਲ ਥੋੜੀ ਜਿਹੀ ਸਿਹਾਰੀ ਹੈ, ਸਿਹਾਰੀ ਦੀ ਆਵਾਜ਼ ਵੀ ਆਏਗੀ, ਔਰ ਰਾੜੇ ਦੇ ਥੱਲੇ ਥੋੜੀ ਜਿਹੀ ਹਾਹੇ ਦੀ ਆਵਾਜ਼ ਆਏਗੀ, ਜਿਵੇਂ ਅਸੀਂ ਪੜ ਬੋਲਨੇ ਆ, ਪੜਨਾ। ਇੱਕ ਹੁੰਦਾ ਹੈ ਪੜਨਾ, ਜੇ ਪੜਨਾ ਬੋਲਾਂਗੇ, ਪੜ ਦਾ ਮਤਲਬ ਹੁੰਦਾ ਹੈ ਲੇਟਣਾ, ਤੇ ਪੜਨਾ ਜਦੋਂ ਰਾੜੇ ਥੱਲੇ ਥੋੜਾ ਜਿਹਾ ਹਾਹਾ ਲਗਾਵਾਂਗੇ, ਉਹਦਾ ਮਤਲਬ ਹੋ ਜਾਂਦਾ ਕਿਸੇ ਕਿਤਾਬ ਆਦਿਕ ਦੀ ਸਟੱਡੀ ਕਰਨੀ, ਪੜਨਾ। ਤਾਂ ਇੱਥੇ ਰਾੜੇ ਥੱਲੇ ਥੋੜਾ ਹਾਹਾ ਔਰ ਰਾੜੇ ਨਾਲ ਸਿਹਾਰੀ ਦੀ ਆਵਾਜ਼ ਦੀ ਉਚਾਰਨ ਵੀ ਅਸੀਂ ਕਰਾਂਗੇ। ਕਬੀਰ, ਮੈਂ ਜਾਣਿਓ ਪੜਿਬੋ ਭਲੋ, ਪੜਬੇ ਸਿਉ ਭਲ ਜੋਗ। ਜਾਣਿਓ ਦਾ ਮਤਲਬ ਜਾਣਿਆ, ਸਮਝਿਆ,
ਮੈਂ ਇਹ ਸਮਝਦਾ ਸਾਂ ਕਿ ਧਰਮ ਗ੍ਰੰਥਾਂ ਨੂੰ ਪੜ੍ਹਨਾ ਚੰਗਾ ਹੈ। ਆਮ ਲੋਕ ਨੇ ਨਾ ਜੋ ਧਰਮ ਗ੍ਰੰਥਾਂ ਦਾ ਪਠਨ ਪਾਠਨ ਕਰਦੇ ਨੇ, ਸਿਰਫ ਪੜ੍ਹਦੇ ਨੇ। ਜਿਵੇਂ ਪੰਡਿਤ ਸੀ, ਬ੍ਰਾਹਮਣ ਸੀ, ਉਹਦੇ 6 ਕੰਮ ਉਹਦੇ ਹਿੱਸੇ ਲਾਏ ਗਏ ਸਨ। ਵੇਦ ਸ਼ਾਸਤਰ ਯਾਨੀ ਵਿਦਿਆ ਪੜ੍ਹਨੀ ਪੜ੍ਹਾਉਣੀ, ਜਗ ਕਰਨੇ ਕਰਾਉਣੇ, ਦਾਨ ਦੇਣਾ ਤੇ ਲੈਣਾ। ਤਾਂ ਕਬੀਰ ਜੀ ਉਹ ਗੱਲ ਕਰ ਰਹੇ ਨੇ ਕਿ ਮੈਂ ਪਹਿਲਾਂ ਇਹ ਸਮਝਦਾ ਸਾਂ ਕਿ ਸਿਰਫ ਜੋ ਧਰਮ ਗ੍ਰੰਥ ਨੇ ਉਹਨਾਂ ਦਾ ਪੜ੍ਹਨਾ ਹੀ ਬੜਾ ਚੰਗਾ ਕੰਮ ਹੈ, ਕੇਵਲ ਪੜ੍ਹਨਾ। ਇਹ ਧਿਆਨ ਮੰਗਦੀ ਇਹ ਚੀਜ਼, ਕੇਵਲ ਪੜ੍ਹਨਾ, ਕਿ ਧਰਮ ਗ੍ਰੰਥਾਂ ਦਾ ਪੜ੍ਹਨਾ ਹੀ ਚੰਗਾ ਹੈ, ਮੈਂ ਇਹ ਸਮਝਦਾ ਸਾਂ। ਫਿਰ ਇਹ ਕਿਹਾ ਜਾਂਦਾ ਸੀ, ਮੈਂ ਇਹ ਸਮਝਦਾ ਸਾਂ ਕਿ ਪੜ੍ਹਬੇ ਸਿਉ ਪਲ ਜੋਗ। ਫਿਰ ਮੈਨੂੰ ਪਤਾ ਲੱਗਾ ਕਿ ਪੜ੍ਹਨ ਨਾਲੋਂ, ਧਰਮ ਗ੍ਰੰਥਾਂ ਦਾ ਪਠਨ ਪਾਠਨ ਨਾਲੋਂ ਯੋਗਾ ਚੰਗਾ ਹੈ। ਯੋਗ ਕਰਨਾ, ਸਮਾਧੀਆਂ ਲਾਣੀਆਂ, ਜੰਗਲਾਂ ਵਿੱਚ ਚਲੇ ਜਾਣਾ। 2 ਤਰ੍ਹਾਂ ਦੇ ਲੋਕ ਸਨ ਨਾ, ਇੱਕ ਉਹ ਸਨ ਜੋ ਧਰਮ ਗ੍ਰੰਥਾਂ ਦਾ ਪਠਨ ਪਾਠਨ ਕਰ ਰਹੇ ਸਨ, ਇੱਕ ਲੋਕ ਉਹ ਸਨ ਜੋ ਛੱਡ ਛਡਾ ਕੇ ਜੋਗੀ ਹੋ ਗਏ ਸਨ। ਤਾਂ ਮੈਂ ਸਮਝਦਾ ਸੀ ਸ਼ਾਇਦ ਜੋਗ ਕਰਨਾ ਚੰਗਾ ਹੈ। ਹੁਣ ਆਪਣਾ ਫੈਸਲਾ ਦੇ ਰਹੇ ਨੇ, ਭਗਤ ਨਾ ਛਾਡੋ ਰਾਮ ਕੀ, ਭਾਵੇਂ ਨਿੰਦੋ ਲੋਗ। ਪਰ ਜਦੋਂ ਮੈਂ ਤੱਤ ਵਿਚਾਰਿਆ ਤਾਂ ਮੈਨੂੰ ਸਮਝ ਲੱਗੀ ਕਿ ਨਿਰੇ ਪਠਨ ਪਾਠਨ ਨਾਲੋਂ ਔਰ ਨਿਧੀਆਂ ਜੋਗ ਸਮਾਧੀਆਂ ਲਾਣ ਦੇ ਨਾਲੋਂ ਰੱਬ ਦੀ ਭਗਤੀ ਚੰਗੀ ਹੈ। ਭਗਤੀ ਦਾ ਮਤਲਬ ਰੱਬੀ ਰਜ਼ਾ ਵਿੱਚ ਰਹਿਣਾ, ਰੱਬ ਦੀ ਸਿਫਤ ਸਲਾਹ ਕਰਨੀ, ਰੱਬੀ ਗੁਣਾਂ ਦੇ ਧਾਰਨੀ ਹੋਣਾ। ਜਿਵੇਂ ਅਸੀਂ ਇਹ ਚੀਜ਼ ਬਹੁਤ ਵਾਰੀ ਵਿਚਾਰ ਚੁੱਕੇ ਹਾਂ ਕਿ ਰੱਬ ਦੀ ਭਗਤੀ ਦਾ ਮਤਲਬ ਮਾਲਾ ਫੇਰਨੀਆਂ ਔਰ ਸਮਾਧੀਆਂ ਲਾਣੀਆਂ ਨਹੀਂ ਹੈ। ਰੱਬ ਦੀ ਭਗਤੀ ਦਾ ਮਤਲਬ ਹੈ ਰੱਬ ਦੀ ਰਜ਼ਾ ਵਿੱਚ ਚੱਲਣਾ, ਹੁਕਮ ਰਜ਼ਾਈ ਚੱਲਣਾ, ਔਰ ਨਾਲ ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਗੁਣਾਂ ਦੇ ਧਾਰ ਨਹੀਂ ਹੋਣਾ। ਤਾਂ ਕਬੀਰ ਜੀ ਕਹਿੰਦੇ ਨੇ, ਭਾਵੇਂ ਨਿੰਦੋ ਲੋਗ, ਇਸ ਗੱਲੋਂ ਭਾਵੇਂ ਲੋਕ ਮੇਰੀ ਨਿੰਦਿਆ ਕਰਦੇ ਰਹਿਣ ਕਿ ਨਾ ਤੇ ਕਬੀਰ ਯੋਗਾ ਕਰਦਾ ਹੈ ਤੇ ਨਾ ਇਹ ਧਰਮ ਗ੍ਰੰਥਾਂ ਦਾ ਪਠਨ ਪਾਠਨ ਨਹੀਂ ਕਰਦਾ, ਪਾਠ ਪੂਜਾ ਵੀ ਨਹੀਂ ਕਰਦਾ। ਲੋਕ ਨਿੰਦਿਆ ਕਰਦੇ ਨੇ, ਕਰਦੇ ਹੀ ਰਹਿਣ, ਪਰ ਮੈਂ ਰੱਬ ਦੀ ਭਗਤੀ ਨਹੀਂ ਛੱਡਾਂਗਾ, ਰੱਬ ਦੀ ਰਜ਼ਾ ਵਿੱਚ ਤੁਰਨਾ ਨਹੀਂ ਛੱਡਾਂਗਾ, ਰੱਬ ਦੇ ਗੁਣ ਗਾਣੇ ਨਹੀਂ ਛੱਡਾਂਗਾ। ਤਾਂ ਹੁਣ ਇਹਨੂੰ ਆਪਾਂ ਪਾਵਨ ਬਾਣੀ ਦੇ ਵਿੱਚੋਂ ਹੋਰ ਆਪਾਂ ਵੇਖ ਸਕਦੇ ਹਾਂ। ਗੁਰੂ ਜੀ ਦਾ ਪਾਵਨ ਬਚਨ ਹੈ, ਭਗਤ ਕਬੀਰ ਜੀ ਨੇ ਹੋਰ ਥਾਂ ਤੇ ਵੀ ਬਚਨ ਕੀਤਾ ਹੈ, ਕਿਆ ਪੜੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਕਿ ਧਰਮ ਗ੍ਰੰਥ ਜਿਹੜੇ ਨੇ ਇਹਨਾਂ ਨੂੰ ਨਿਰੇ ਪੜ੍ਹਨ ਦਾ ਕੀ ਲਾਭ, ਨਿਰੇ ਸੁਣਨ ਦਾ ਕੀ ਲਾਭ, ਕਿਆ ਪੜ੍ਹੀਏ ਕਿਆ ਗੁਣੀਏ, ਵਿਚਾਰਨ ਦਾ ਕੀ ਲਾਭ, ਕਿਆ ਵੇਦ ਪੁਰਾਨਾ ਸੁਣੀਏ, ਨਿਰੇ ਧਰਮ ਗ੍ਰੰਥਾਂ ਨੂੰ, ਵੇਦ ਪੁਰਾਣਾ ਨੂੰ ਸੁਣਨ ਦਾ ਕੀ ਲਾਭ, ਪੜ੍ਹੇ ਸੁਨੇ ਕਿਆ ਹੋਈ, ਪੜ੍ਹਨ ਔਰ ਸੁਣਨ ਦੇ ਨਾਲ ਕੀ ਹੋਏਗਾ, ਕੁਝ ਵੀ ਨਹੀਂ ਹੋਣਾ। ਜੋ ਸਹਿਜ ਨਾ ਮਿਲਿਓ ਸੋਈ, ਜਦੋਂ ਤੱਕ ਬੰਦਾ ਆਤਮਿਕ ਅਡੋਲਤਾ ਵਿੱਚ ਟਿਕ ਕੇ ਰੱਬ ਵਿੱਚ ਅਭੇਦ ਨਹੀਂ ਹੋ ਜਾਂਦਾ, ਉਦੋਂ ਤੱਕ ਪੜ੍ਹਨ ਸੁਣਨ ਦਾ ਲਾਭ ਕੀ ਹੈ। ਕਿ ਪੜ੍ਹੀ ਜਾਓ, ਸੁਣੀ ਜਾਓ, ਪਰ ਸੱਚ ਦੇ ਧਾਰਨੀ ਨਾ ਹੋਵੋ, ਆਤਮਿਕ ਅਡੋਲਤਾ ਵਿੱਚ ਨਾ ਟਿਕੋ, ਮਨ ਬਚਨ ਕਰਮ ਕਰਕੇ ਗੁਣਾਂ ਦੇ ਧਾਰਨੀ ਨਾ ਹੋ, ਤੇ ਪੜ੍ਹਨ ਸੁਣਨ ਦਾ ਲਾਭ ਕੀ ਹੋਏਗਾ, ਕੁਝ ਵੀ ਨਹੀਂ। ਕਬੀਰ ਜੀ ਹੋਰ ਥਾਂ ਤੇ ਬਚਨ ਕਰਦੇ ਨੇ, ਵੇਦ ਪੁਰਾਨ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ। ਜਿਵੇਂ ਖੋਤੇ ਦੇ ਉੱਤੇ ਚੰਦਨ ਲੱਦਿਆ ਹੋਏ, ਹੁਣ ਜਿਹੜਾ ਬੰਦਾ ਚੰਦਨ ਲੱਦ ਕੇ ਲੈ ਜਾ ਰਿਹਾ ਨਾ, ਉਹਨੇ ਚੰਦਨ ਵੇਚਣਾ, ਉਹਦੇ ਪੱਲੇ ਤੇ ਪੈਸੇ ਪੈਣਗੇ। ਅੱਗੇ ਜਿਹੜਾ ਬੰਦਾ ਚੰਦਨ ਨੂੰ ਵਰਤੇਗਾ, ਆਪਣੇ ਸਰੀਰ ਤੇ ਲਗਾਏਗਾ, ਉਹਦੇ ਸਰੀਰ ਤੋਂ ਸੁਗੰਧ ਵੀ ਆਏਗੀ, ਉਹਨੂੰ ਠੰਡਕ ਵੀ ਮਿਲੇਗੀ। ਤੇ ਖੋਤੇ ਨੂੰ ਕੀ ਮਿਲੇਗਾ? ਖੋਤੇ ਦਾ ਤੇ ਲੱਕ ਹੀ ਛਿੱਲਿਆ ਜਾਣਾ ਨਾ। ਇਸੇ ਤਰ੍ਹਾਂ ਕਬੀਰ ਜੀ ਕਹਿੰਦੇ ਨੇ ਵੀ ਵੇਦ ਸ਼ਾਸਤਰ ਜੇ ਤੁਸੀਂ ਯਾਦ ਕਰ ਲੈ ਮੂੰਹ ਜ਼ੁਬਾਨੀ, ਮੰਨ ਲਓ ਕਿਸੇ ਨੂੰ, ਜਿਵੇਂ ਹੁਣ ਮੈਂ ਵਿਚਾਰ ਕਰ ਰਿਹਾ ਗੁਰਬਾਣੀ ਦੀ, ਗੁਰਬਾਣੀ ਯਾਦ ਹੈ, ਮੈਂ ਅਰਥ ਭਾਵ ਵੀ ਵਿਚਾਰ ਰਿਹਾ ਹਾਂ, ਤਾਂ ਇਹ ਜੇ ਮੈਂ ਅਮਲ ਨਹੀਂ ਕਰਦਾ, ਮੰਨ ਲਓ ਮੈਂ ਸੱਚ ਨਹੀਂ ਬੋਲਦਾ, ਸੱਚੀ ਮੇਰੀ ਜ਼ਿੰਦਗੀ ਨਹੀਂ ਹੈ, ਤਾਂ ਇਹ ਮੈਨੂੰ ਜਿਹੜਾ ਹੈ ਵੇਦ ਸ਼ਾਸਤਰ ਧਰਮ ਗ੍ਰੰਥ ਯਾਦ ਕੀਤੇ ਤੇ ਇੰਝ ਜਿਵੇਂ ਖੋਤੇ ਉੱਤੇ ਚੰਦਨ ਲੱਦਿਆ ਹੋਵੇ, ਉਹਦੇ ਕੰਨ ਤੇ ਲੱਦਿਆ ਹੈ, ਪਿੱਠ ਤੇ, ਮੇਰੇ ਦਿਮਾਗ ਵਿੱਚ ਭਰਿਆ ਪਿਆ। ਫਰਕ ਸਿਰਫ ਇੰਨਾ ਹੈ, ਇੱਕ ਆਪਣੇ ਲੱਕ ਦੇ ਉੱਤੇ ਵਜ਼ਨ ਚੁੱਕ ਕੇ ਲੈ ਜਾ ਰਿਹਾ, ਇੱਕ ਦਿਮਾਗ ਦੇ ਵਿੱਚ ਵਜ਼ਨ ਚੁੱਕੀ ਫਿਰਦਾ ਹੈ। ਫਰਕ ਦੋਵਾਂ ਵਿੱਚ ਕੋਈ ਨਹੀਂ ਹੈ, ਜੇਕਰ ਸੱਚ ਦਾ ਬੰਦਾ ਧਾਰਨੀ ਨਹੀਂ ਹੈ। ਗੁਰੂ ਨਾਨਕ ਦੇਵ ਜੀ ਦੇਖੋ ਕਿੰਨੇ ਪਿਆਰ ਨਾਲ ਸਾਨੂੰ ਸਮਝਾ ਰਹੇ ਨੇ,
पढ़ पढ़ गड्डी लद्दियां, पढ़ पढ़ परियां साथ, पढ़ पढ़ बेड़ी पाइयां, पढ़ पढ़ गड्डियां खात, पढ़िए जेते बरस बरस, पढ़िए जेते मास, पढ़िए जेती आरजा, पढ़िए जेते सास। सालां दे साल पढ़ी जाओ, महीनों दे महीने पढ़ी जाओ, सवास सवास पढ़ी जाओ। पढ़ पढ़ के धर्म ग्रंथां दे गड्ढे लद लो, खाते भर लो, तहखाने भर लो, बेड़ियां भर लो। तां गुरु जी कहंदे ने उहदा लाभ की है? नानक लेखे एक गल, होर होमे चखना झाख, लेखे ते इक्को ही गल लगनी है, रब दी रजा विच तुरना, सचियार होना। ਤੇ ਜੇ ਬੰਦਾ ਸਚਿਆਰ ਨਹੀਂ ਹੋਇਆ, ਬਾਕੀ ਤਾਂ ਹੋਮੇ ਦੀਆਂ ਚਖਾਂ ਨੇ। ਤਾਂ ਕਬੀਰ ਜੀ ਕਹਿੰਦੇ ਨੇ, ਮੈਂ ਸਮਝਦਾ ਸਾਂ, ਮੈਨੂੰ ਦੱਸਿਆ ਗਿਆ, ਮੈਂ ਸਮਝਿਆ ਕਿ ਧਰਮ ਗ੍ਰੰਥਾਂ ਦਾ ਪਠਨ ਪਾਠਨ ਹੀ ਚੰਗਾ ਹੈ। ਫਿਰ ਮੈਨੂੰ ਪਤਾ ਲੱਗਾ ਕਿ ਪੜਨ ਨਾਲ ਕੁਝ ਨਹੀਂ ਹੋਣਾ, ਨਿਰਾ ਯੋਗ ਸਮਾਧੀਆਂ ਲਾਉਣ ਦੇ ਨਾਲ ਮੈਨੂੰ ਕੁਝ ਮਿਲ ਸਕਦਾ ਹੈ। ਪਰ ਸਮਾਧੀਆਂ ਲਾਉਣ ਨਾਲ ਕੀ ਹੋਏਗਾ ਭਗਤ? ਕਬੀਰ ਜੀ ਨੇ ਕਿਹਾ ਹੈ ਨਾ, ਈੜਾ ਪਿੰਗੁਲਾ ਸੁਖਮਨ ਬੰਦੇ ਇਹ ਅਵਗਨ ਕਤ ਜਾਹੀ। पावन बाणी विच बचन भी आया है, मन निर्मल नहीं दसवें द्वार, भ्रम भ्रम आवे मूढ़ा वारो वार। अखी तां मीटै नाक पकड़ै, ठगण को संसार। ਤਾਂ ਇਸ ਲਈ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਅਸਲ ਗੱਲ ਹੈ ਕਿ ਰੱਬੀ ਗੁਣਾਂ ਦੇ ਧਾਰਨੀ ਹੋਣਾ ਹੈ। ਜਦੋਂ ਤੱਕ ਬੰਦਾ ਰੱਬੀ ਗੁਣਾਂ ਦਾ ਧਾਰਨੀ ਨਹੀਂ ਹੁੰਦਾ, ਉਦੋਂ ਤੱਕ ਜੀਵਨ ਦੇ ਅੰਦਰ ਕੋਈ ਬਦਲਾਵ, ਕੋਈ ਚੇਂਜਿੰਗ ਨਹੀਂ ਆ ਸਕਦੀ। ਇਸ ਲਈ ਜੋ ਗੁਰਮਤ ਦਾ ਭਗਤੀ ਮਾਰਗ ਹੈ, ਉਹ ਹੈ ਰੱਬ ਦੀ ਰਜਾ ਵਿੱਚ ਤੁਰਨਾ ਔਰ ਰੱਬੀ ਗੁਣ ਗਾਣੇ ਮਨ, ਬਚਨ ਔਰ ਕਰਮ ਕਰਕੇ ਗੁਣਾਂ ਦੇ ਧਾਰਨੀ ਹੋਣਾ। ਅਗਲੀ ਗੱਲ ਹੁਣ ਕਹਿੰਦੇ ਨੇ, ਭਾਵੇਂ ਨਿੰਦੋ ਲੋਕ ਜੇ ਨਿੰਦਿਆ ਕਰਦੇ ਨੇ ਕਰੀ ਜਾਣ, ਜੇ ਲੋਕ ਲਾਜ ਦੀ ਪਰਵਾਹ ਕਰੋਗੇ ਫਿਰ ਇਸ ਰਾਹ ਤੇ ਚੱਲ ਨਹੀਂ ਪਾਓਗੇ। ਲੋਕਾਂ ਨੇ ਤੇ ਕਹਿਣਾ ਵੀ ਤੂੰ ਆ ਨਹੀਂ ਕਰਦਾ, ਉਹ ਨਹੀਂ ਕਰਦਾ। ਕਬੀਰ ਜੀ ਕਹਿੰਦੇ ਨੇ ਕਈ ਜਾਣ, ਮੈਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਮੈਂ ਰੱਬੀ ਗੁਣਾਂ ਦਾ ਧਾਰਨੀ ਹਾਂ ਔਰ ਰੱਬੀ ਰਜਾ ਦੇ ਵਿੱਚ ਮੈਂ ਤੁਰਦਾ ਰਹਾਂਗਾ। ਇਸ ਜੀਵਨ ਦਾ, ਐਸੇ ਜੀਵਨ ਦਾ ਮੈਂ ਤਿਆਗ ਨਹੀਂ ਕਰਾਂਗਾ। ਇਸ ਰਾਹ ਨੂੰ ਮੈਂ ਛੱਡਾਂਗਾ ਨਹੀਂ ਲੋਕ ਲਾਜ ਕਰਕੇ ਕਿ ਲੋਕ ਕੀ ਕਹਿਣਗੇ। ਹੁਣ ਅਗਲਾ ਬਚਨ ਕਰਦੇ ਨੇ ਕਬੀਰ, ਇੱਥੇ ਥੋੜਾ ਜਿਹਾ ਰੁਕਾਂਗੇ। ਲੋਗ ਕੇ ਨਿੰਦੈ ਬੱਪੜਾ, ਇਹਨੂੰ ਬੱਪੜਾ ਨਹੀਂ ਪੜਨਾ, ਪੱਪੇ ਥਲੇ ਔਂਕੜ ਹੈ ਬੱਪੜਾ। ਨਿੰਦੇ ਨਹੀਂ ਪੜਨਾ, ਨਿੰਦੈ। ਕਬੀਰ ਲੋਗ ਕੇ ਨਿੰਦੈ ਬੱਪੜਾ, ਜਿਹ ਮਨ ਨਾਹੀ ਗਿਆਨ, ਰਾਮ ਕਬੀਰਾ ਰਵ ਰਹੇ, ਅਵਰ ਤਜੇ ਸਭ ਕਾਮ। ਲੋਕ ਦਾ ਮਤਲਬ ਬੰਦਾ ਜਿਹੜਾ ਹੈ, ਕੇ ਨਿੰਦੇ ਦਾ ਮਤਲਬ ਕੀ ਨਿੰਦ ਸਕਦਾ ਹੈ? ਉਹਦੇ ਲੱਭੇ ਔਗਣਾਂ ਨੂੰ ਕੌਣ ਸਹੀ ਮੰਨੇਗਾ? ਬੱਪੜਾ ਦਾ ਮਤਲਬ ਵਿਚਾਰਾ ਮੂਰਖ। ਜਿਹ ਮਨ ਦਾ ਮਤਲਬ ਜਿਸ ਤੇ ਮਨ ਵਿੱਚ, ਗਿਆਨ ਦਾ ਮਤਲਬ ਚੰਗੇ ਮੰਦੇ ਦੀ ਪਛਾਣ ਹੀ ਨਹੀਂ ਹੈ। ਜਿਸ ਬੰਦੇ ਨੂੰ ਇਹ ਨਹੀਂ ਪਤਾ ਕਿ ਚੰਗਾ ਮੰਦਾ ਕੀ ਹੈ, ਸੱਚ ਕੀ ਹੈ, ਝੂਠ ਕੀ ਹੈ, ਧਰਮ ਕੀ ਹੈ, ਅਧਰਮ ਕੀ ਹੈ, ਪਾਪ ਕੀ ਹੈ, ਪੁੰਨ ਕੀ ਹੈ, ਹਾਨੀ ਕੀ ਹੈ, ਲਾਭ ਕੀ ਹੈ, ਜਿਹਦੇ ਕੋਲ ਵਿਵੇਕ ਬੁੱਧੀ ਨਹੀਂ ਹੈ, ਪਰਖ ਹੀ ਨਹੀਂ ਹੈ, ਤਾਂ ਕਬੀਰ ਜੀ ਕਹਿੰਦੇ ਨੇ ਉਹ ਨਿੰਦਿਆ ਕਰਕੇ ਕੀ ਕਰੇਗਾ? ਲੋਕ ਕੇ ਨਿੰਦੇ ਬੱਪੜਾ, ਜਿਹ ਮਨ ਨਾਹੀ ਗਿਆਨ। ਜਿਸ ਮਨੁੱਖ ਦੇ ਅੰਦਰ ਇਹ ਸੂਝ ਨਹੀਂ ਕਿ ਕੇਵਲ ਪਠਨ ਪਾਠਨ ਦੇ ਟਾਕਰੇ ਤੇ ਪ੍ਰਭੂ ਦੇ ਗੁਣ ਵੱਡੀ ਦਾਤ ਹੈ, ਉਹ ਮਨੁੱਖ ਮੇਰੀ ਇਸ ਚੋਣ ਤੇ ਮੈਨੂੰ ਮਾੜਾ ਆਖੇ, ਤਾਂ ਕਬੀਰ ਜੀ ਕਹਿੰਦੇ ਨੇ ਉਹਦਾ ਕੋਈ ਅਰਥ ਨਹੀਂ ਹੈ, ਉਹਦੀ ਕੋਈ ਵੈਲਿਊ ਨਹੀਂ ਹੈ। ਕਹਿੰਦਾ ਤੇ ਕਹਿੰਦਾ ਫਿਰੇ, ਉਹਦੇ ਨਾਲ ਕੀ ਫਰਕ ਪੈਂਦਾ? ਹੁਣ ਇੱਕ ਬੰਦਾ ਕਹਿ ਰਿਹਾ ਕਿ ਰੋਟੀ ਖਾਣ ਦੇ ਨਾਲ ਭੁੱਖ ਨਹੀਂ ਮਿਟਦੀ, ਐਵੇਂ ਬਕਵਾਸ ਹੈ, ਰੋਟੀ ਖਾਣ ਨਾਲ ਭੁੱਖ ਥੋੜਾ ਮਿਟਦੀ ਹੈ। ਹੁਣ ਜੇ ਕੋਈ ਬੰਦਾ ਇਹ ਗੱਲ ਕਹੀ ਜਾਏ ਤੇ ਉਹਦੀ ਕੋਈ ਵੈਲਿਊ ਹੈ ਕਹਿਣ ਦੀ? ਕਿਉਂਕਿ ਰੋਟੀ ਖਾਣ ਨਾਲ ਤੇ ਭੁੱਖ ਮਿਟ ਜਾਂਦੀ ਹੈ, ਉਹਦੇ ਇਸ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ। ਜੇ ਕੋਈ ਬੰਦਾ ਕਹੇ ਕਿ ਪਾਣੀ ਪੀਣ ਦੇ ਨਾਲ ਪਿਆਸ ਜੀ ਮਿਟ ਹੀ ਨਹੀਂ ਸਕਦੀ, ਬਿਲਕੁਲ ਨਹੀਂ ਮਿਟਦੀ, ਐਵੇਂ ਲੋਕ ਬਕਵਾਸ ਮਾਰਦੇ ਨੇ ਕਿ ਪਾਣੀ ਪੀਤਿਆਂ ਪਿਆਸ ਮਿਟ ਜਾਂਦੀ, ਨਹੀਂ ਮਿਟਦੀ। ਹੁਣ ਇਹ ਗੱਲ ਕਹਿਣ ਦੀ ਕੋਈ ਵੈਲਿਊ ਹੈ? ਕੋਈ ਵੈਲਿਊ ਨਹੀਂ ਗੱਲ ਕਹਿਣ ਦੀ, ਕਿਉਂਕਿ ਪਾਣੀ ਪੀਣ ਨਾਲ ਤੇ ਪਿਆਸ ਮਿਟ ਜਾਂਦੀ ਹੈ ਨਾ, ਕਹਿਣ ਨਾਲ ਕੀ ਫਰਕ ਪੈਂਦਾ ਹੈ? ਤਾਂ ਕਬੀਰ ਜੀ ਕਹਿੰਦੇ ਨੇ ਲੋਕਾਂ ਦੇ ਕਹਿਣ ਨਾਲ ਕੋਈ ਫਰਕ ਨਹੀਂ ਮੈਨੂੰ ਪੈਂਦਾ, ਕਿਉਂਕਿ ਉਹਨਾਂ ਨੂੰ ਗਿਆਨ ਹੀ ਨਹੀਂ ਹੈ ਇਸ ਚੀਜ਼ ਦਾ ਕਿ ਆ ਸਮਾਧੀਆਂ ਲਾਉਣ ਨਾਲੋਂ ਤੇ ਧਰਮ ਗ੍ਰੰਥਾਂ ਦੇ ਕੇਵਲ ਪਠਨ ਪਾਠਨ ਨਾਲੋਂ ਰੱਬੀ ਰਜਾ ਵਿੱਚ ਤੁਰਨਾ ਮਹਾਨ ਹੈ, ਰੱਬੀ ਗੁਣਾਂ ਦੇ ਧਾਰਨੀ ਹੋਣਾ ਮਹਾਨ ਹੈ। ਜਿਸ ਨੂੰ ਇਸ ਵੈਲਿਊ ਦਾ ਪਤਾ ਹੀ ਨਹੀਂ, ਕਬੀਰ ਜੀ ਕਹਿੰਦੇ ਨੇ ਉਹਦੇ ਨਿੰਦਾ ਕਰਨ ਦੀ ਕੋਈ ਵੈਲਿਊ ਨਹੀਂ ਹੈ, ਉਹਦੀ ਕੋਈ ਕੀਮਤ ਨਹੀਂ ਹੈ। ਕਬੀਰ ਲੋਕ ਕੇ ਨਿੰਦਾ ਬੱਪੜਾ, ਜਿਹ ਮਨ ਨਾਹੀ ਗਿਆਨ।
ਹੁਣ ਅਸਲ ਦੇ ਅੰਦਰ ਜਦੋਂ ਅਸੀਂ ਗੁਣਾਂ ਦੇ ਧਾਰਨੀ ਹੁੰਦੇ ਆ ਨਾ, ਗੁਣਾਂ ਵਾਲੀ ਕੋਈ ਜ਼ਿੰਦਗੀ ਜੀਂਦਾ ਹੈ, ਫਿਰ ਉਹਨੂੰ ਸਮਝ ਆਉਂਦੀ ਹੈ ਕਿ ਗੁਣਾਂ ਵਾਲੀ ਜ਼ਿੰਦਗੀ ਜੀਣ ਦੇ ਵਿੱਚ ਤੇ ਸੁੱਖ ਬੜਾ ਹੈ, ਮਾਨਸਿਕ ਸ਼ਾਂਤੀ ਹੈ, ਮੈਂ ਖੁਦ ਵੀ ਸ਼ਾਂਤ ਹਾਂ, ਦੂਜਿਆਂ ਨੂੰ ਮੈਂ ਸ਼ਾਂਤੀ ਦੇ ਰਿਹਾ, ਮੇਰੇ ਜੀਵਨ ਵਿੱਚ ਕੋਈ ਉਥਲ ਪੁਥਲ ਹੈ ਹੀ ਨਹੀਂ ਹੈ, ਵਿਕਾਰਾਂ ਦਾ ਕੋਈ ਪ੍ਰਭਾਵ ਨਹੀਂ ਹੈ, ਚੰਗੀ ਭਲੀ ਜ਼ਿੰਦਗੀ ਜੀਂਦਾ ਹਾਂ। ਹੁਣ ਉਹ ਇਸ ਵੈਲਿਊ ਨੂੰ ਸਮਝ ਸਕੇਗਾ ਜੋ ਐਸੀ ਜ਼ਿੰਦਗੀ ਜੀ ਰਿਹਾ ਹੈ। ਤੇ ਜਿਹੜਾ ਬੰਦਾ ਗੁਣਾਂ ਦਾ ਧਾਰਨੀ ਹੋਇਆ ਹੀ ਨਹੀਂ ਮਨ ਕਰਕੇ, ਜਿਹਦੀ ਸੋਚ ਐਸੀ ਬਣੀ ਨਹੀਂ ਹੈ, ਉਹ ਇਸ ਚੀਜ਼ ਨੂੰ ਸਮਝ ਨਹੀਂ ਪਾਏਗਾ। ਉਹਨੂੰ ਇਹ ਹੋਏਗਾ ਕਿ ਇਹਨੇ ਪਾਠ ਕਰ ਲੈਣੇ, ਇਹਨੇ ਧਰਮ ਗ੍ਰੰਥ ਪੜ੍ਹ ਲੈਣੇ, ਇਹਨੇ ਮੰਤਰ ਫੇਰ ਲੈਣੇ, ਇੰਨੀ ਮਾਲਾ ਫੇਰ ਲਈਆਂ ਨੇ, ਮੈਂ ਜੀ 21 ਮਾਲਾ ਰੋਜ਼ ਫੇਰਨਾ, ਫੇਰ ਹੀ ਜਾ, ਇਹਦੇ ਨਾਲ ਕੀ ਫਰਕ ਪਵੇਗਾ। ਤਾਂ ਕਬੀਰ ਜੀ ਕਹਿੰਦੇ ਨੇ, ਜਿਸ ਨੂੰ ਗਿਆਨ ਨਹੀਂ ਹੈ ਨਾ, ਜਿਸ ਨੂੰ ਸਮਝ ਨਹੀਂ ਹੈ, ਜਿਹਦੇ ਕੋਲ ਕਾਮਨ ਸੈਂਸ ਨਹੀਂ ਹੈ, ਵਿਵੇਕ ਬੁੱਧ ਨਹੀਂ ਹੈ, ਉਹ ਮੇਰੀ ਨਿੰਦਿਆ ਕਰੇ, ਉਹਦੀ ਕੋਈ ਵੈਲਿਊ ਨਹੀਂ ਹੈ। ਰਾਮ ਕਬੀਰਾ ਰਵ ਰਹੇ, ਰਵ ਰਹੇ ਦਾ ਮਤਲਬ ਹੁੰਦਾ ਹੈ ਰਮਨ ਕਰਨਾ, ਮਾਨਣਾ। ਤਜੇ ਦਾ ਮਤਲਬ ਛੱਡ ਦਿੱਤੇ ਨੇ। ਤਾਂ ਕਬੀਰ ਜੀ ਕਹਿੰਦੇ ਨੇ, ਅਜਿਹੇ ਬੰਦਿਆਂ ਦੀ ਇਸ ਦੰਦ ਕਥਾ ਦੀ ਪਰਵਾਹ ਮੈਂ ਨਹੀਂ ਕਰਦਾ, ਤੇ ਮੈਂ ਹਮੇਸ਼ਾ ਪ੍ਰਭੂ ਦੇ ਗੁਣਾਂ ਨੂੰ ਯਾਦ ਕਰਦਾ ਹਾਂ। ਰਵ ਰਹੇ ਦਾ ਮਤਲਬ ਰੱਬੀ ਗੁਣਾਂ ਤੇ ਧਾਰਨੀ ਹੋਣਾ, ਰੱਬੀ ਗੁਣਾਂ ਦਾ ਆਨੰਦ ਮਾਣਨਾ। ਮੈਂ ਤਾਂ ਰੱਬੀ ਗੁਣਾਂ ਦਾ ਚਿੰਤਨ ਕਰਦਾ ਹਾਂ, ਪ੍ਰਭੂ ਦੀ ਸਿਫਤ ਸਲਾਹ ਕਰਦਾ ਹਾਂ, ਬਾਕੀ ਸਾਰੇ ਕੰਮ ਮੈਂ ਛੱਡ ਦਿੱਤੇ ਨੇ। ਅਵਰ ਤਜੇ ਸਭ ਕਾਮ, ਤੇ ਇਹ ਗੱਲ ਨੂੰ ਧਿਆਨ ਦੇ ਨਾਲ ਸਮਝਣਾ ਹੈ। ਅਵਰ ਤਜੇ ਸਭ ਕਾਮ ਦਾ ਮਤਲਬ ਇਹ ਨਹੀਂ ਕਿ ਮੈਂ ਕੰਮ ਕਰਨਾ ਛੱਡ ਦਿੱਤਾ, ਕਿਰਤ ਕਰਨੀ ਛੱਡ ਦਿੱਤੀ ਹੈ, ਕਿ ਮੈਂ ਗੁਣਾਂ ਦੀ ਸਿਫਤ ਸਲਾਹ ਕਰੀ ਜਾਣੀ ਹੈ ਤੇ ਕੋਈ ਦੁਕਾਨ ਨਹੀਂ ਕਰਨੀ, ਕੋਈ ਖੇਤੀ ਨਹੀਂ ਕਰਨੀ, ਕੋਈ ਕੰਮ ਨਹੀਂ ਕਰਨਾ। ਇੱਥੇ ਇਹਨਾਂ ਕੰਮਾਂ ਦੀ ਕਿਰਤ ਦੀ ਗੱਲ ਨਹੀਂ ਹੈ। ਅਵਰ ਤਜੇ ਸਭ ਕਾਮ ਦਾ ਮਤਲਬ ਕੇਵਲ ਪਠਨ ਪਾਠਨ, ਨਿਰਾ ਪੜੀ ਜਾਣਾ, ਵਰਤ ਨਰਾਤੇ, ਸਰਾਧ, ਤੀਰਥ ਯਾਤਰਾਵਾਂ, ਵਿਖਾਵੇ ਦੀਆਂ ਸਮਾਧੀਆਂ, ਦਸਮ ਦੁਆਰ ਵਿੱਚ ਪ੍ਰਾਣ ਚੜਾਣੇ, ਮਾਲਾ ਫੇਰਨੀਆਂ, ਜਪ ਤਪ ਸੰਜਮ ਕਰਨੇ, ਜੰਗਲਾਂ ਵਿੱਚ ਜਾਣਾ, ਤਿਆਗ ਕਰਨਾ, ਇਹ ਸਾਰੇ ਕੰਮ ਛੱਡ ਦਿੱਤੇ ਨੇ। ਤੇ ਮੈਂ ਸਿਰਫ ਪ੍ਰਭੂ ਦੇ ਗੁਣ ਗਾਉਂਦਾ ਹਾਂ, ਰੱਬੀ ਗੁਣਾਂ ਦਾ ਧਾਰਨੀ, ਮਨ ਬਚਨ ਕਰਕੇ ਰੱਬੀ ਗੁਣਾਂ ਦਾ ਧਾਰਨੀ ਹਾਂ, ਔਰ ਰੱਬੀ ਰਜਾ ਦੇ ਅੰਦਰ ਤੁਰਦਾ ਹਾਂ। ਬਾਕੀ ਦੇ ਸਾਰੇ ਮੈਂ ਕੰਮ ਛੱਡ ਦਿੱਤੇ ਨੇ। ਦੇਖੋ, ਹੁਣ ਜੇ ਕੇਵਲ ਇਸ ਕੱਲੇ ਇੱਕ ਸ਼ਲੋਕ ਦੇ ਉੱਤੇ ਅਮਲ ਕਰ ਲਿਆ ਜਾਏ ਨਾ, ਤਾਂ ਪੂਰੀ ਜ਼ਿੰਦਗੀ ਬਦਲ ਸਕਦੀ ਹੈ। ਅਸੀਂ ਵਹਿਮਾਂ ਭਰਮਾਂ ਚੋਂ ਬਾਹਰ ਆ ਸਕਦੇ ਹਾਂ, ਸਮਾਜ ਸੁਖੀ ਹੋ ਸਕਦਾ ਹੈ, ਸਾਡੇ ਆਪਸੀ ਤਾਲਮੇਲ, ਮਿਲਵਰਤਨ, ਵਿਹਾਰ ਬੜਾ ਮਿੱਠਾ ਔਰ ਪਿਆਰਾ ਬਣ ਸਕਦਾ ਹੈ, ਜੇ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਗੁਣਾਂ ਦੇ ਧਾਰਨੀ ਹੋਈਏ, ਆਪਣੇ ਜੀਵਨ ਦਾ ਬੇਸ ਗੁਣਾਂ ਨੂੰ ਬਣਾਈਏ, ਰੱਬੀ ਰਜਾ ਵਿੱਚ ਤੁਰੀਏ, ਤੇ ਬਾਕੀ ਦੇ ਜਿਹੜੇ ਆ ਜੰਜਾਲ ਨੇ, ਕਰਮ ਕਾਂਡ ਨੇ, ਛੱਡ ਦਈਏ, ਤਾਂ ਕਿੰਨਾ ਸੌਖਾ ਕੰਮ ਹੋ ਜਾਏਗਾ। ਅਗਲਾ ਬਚਨ ਕਬੀਰ ਜੀ ਕਰਦੇ ਨੇ, ਕਬੀਰ ਪਰਦੇਸੀ ਕੈ ਕਾਗਰੈ, ਚਹੁੰ ਦਿਸ ਲਾਗੀ ਆਗ, ਖਿੰਥਾ ਜਲ ਕੋਇਲਾ ਪਈ, ਤਾਗੇ ਆਂਚ ਨਾ ਲਾਗ। ਇਹ ਆਚ ਨਹੀਂ ਪੜਨਾ, ਆਂਚ ਪੜਨਾ ਹੈ। ਆਂਚ ਦਾ ਮਤਲਬ ਹੁੰਦਾ ਹੈ ਅੱਗ। ਪਰਦੇਸੀ ਕੇ ਨਹੀਂ ਪੜਨਾ, ਕੈ ਪੜਨਾ ਹੈ। ਘਾਗਰੇ ਨਹੀਂ ਬੋਲਣਾ, ਘਾਗਰੈ ਬੋਲਣਾ ਹੈ। ਦਲਾਵਾਂ ਦਾ ਖਿਆਲ ਰੱਖਣਾ ਹੈ। ਇਹ ਆਮ ਗਲਤੀ ਪੜਨ ਲੱਗਿਆ ਹੁੰਦੀ ਹੈ। ਕਬੀਰ ਸ਼ਬਦ ਤੇ ਥੋੜਾ ਜਿਹਾ ਰੁਕਣਾ ਹੈ। ਕਬੀਰ ਪਰਦੇਸੀ ਕਹਿ ਘਾਗਰੈ, ਚੌਹਦਿਸ ਚੌਹੋਂ, ਇੱਥੇ ਬਿੰਦੀ ਲਗਾਵਾਂਗੇ, ਚੌਹੋਂ ਦਿਸ ਲਾਗੀ ਆਗ। ਪਰਦੇਸੀ ਦਾ ਮਤਲਬ ਇਹ ਜੀਵ, ਬੰਦਾ। ਹੁਣ ਪਰਦੇਸੀ ਕਿਉਂ ਕਿਹਾ ਹੈ? ਪਰਦੇਸੀ ਇਸ ਕਰਕੇ ਕਿ ਇਸ ਦੁਨੀਆ ਤੇ ਸਦਾ ਰਹਿਣਾ ਨਹੀਂ, ਮੌਤ ਹੋ ਜਾਣੀ ਹੈ ਨਾ, ਸਦਾ ਨਹੀਂ ਰਹਿਣਾ, ਇਸ ਲਈ ਪਰਦੇਸੀ ਕਿਹਾ ਹੈ ਕਿ ਇੱਕ ਦਿਨ ਇਹ ਸੰਸਾਰ ਛੱਡਣਾ ਪੈਣਾ। ਘਾਗਰੇ ਦਾ ਮਤਲਬ ਘੱਗਰਾ, ਘਰਕਰਾ, ਗੇਟ, ਡੋਰ, ਦਰਵਾਜ਼ਾ, ਯਾਨੀ ਸਾਡੇ ਜੋ ਗਿਆਨ ਇੰਦਰੇ ਨੇ, ਅੱਖਾਂ, ਕੰਨ, ਜ਼ਬਾਨ ਆਦਿਕ। ਆਗ ਦਾ ਮਤਲਬ ਇੱਥੇ ਹੈ ਵਿਕਾਰਾਂ ਦੀ ਅੱਗ। ਚੌਹੰਦਿਸ ਦਾ ਮਤਲਬ ਚਫੇਰਿਓ। ਕਬੀਰ ਜੀ ਕਹਿੰਦੇ ਨੇ ਕਿ ਇਸ ਪਰਦੇਸੀ ਜੀਵ ਦੇ ਗਿਆਨ ਇੰਦਰੀਆਂ ਨੂੰ ਹਰ ਪਾਸੇ ਵੱਲੋਂ ਵਿਕਾਰਾਂ ਦੀ ਅੱਗ ਲੱਗੀ ਹੋਈ ਹੈ। ਹੁਣ ਇੱਥੇ ਘੱਗਰੇ ਦਾ ਮਤਲਬ ਇਹ ਨਹੀਂ ਕਿ ਕਿਸੇ ਨੇ ਘੱਗਰਾ ਪਾਇਆ ਤੇ ਉਹਨੂੰ ਅੱਗ ਲੱਗ ਗਈ ਹੈ। ਘਾਗਰੇ ਦਾ ਮਤਲਬ ਇੱਥੇ ਹੈ ਦਰਵਾਜ਼ੇ, ਸਾਡੇ ਗਿਆਨ ਇੰਦਰੇ, ਜੀਵਨ ਦਾ ਘੱਗਰਾ, ਜਿਹੜੇ ਗਿਆਨ ਇੰਦਰੇ ਨੇ, ਤੇ ਅੱਗ ਹੈ ਵਿਕਾਰਾਂ ਦੀ। ਕੰਨਾਂ ਨੂੰ ਅੱਗ ਲੱਗੀ ਹੈ ਨਾ ਨਿੰਦਿਆ ਸੁਣਨ ਦੀ, ਕਿਸੇ ਦੀ ਕੋਈ ਬਦਖੋਈ ਕਰੇ ਸਾਨੂੰ ਬੜਾ ਚਾਅ ਚੜ੍ਹਦਾ ਹੈ। ਜ਼ਬਾਨ ਦੇ ਨਾਲ ਅਸੀਂ ਝੂਠ ਬੋਲ ਕੇ
ਜਾਂ ਕਿਸੇ ਦੀ ਬੇਪੱਤੀ ਕਰਕੇ ਬੜਾ ਆਨੰਦ ਮਾਣਦੇ ਆ, ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿਸੇ ਦੀਆਂ ਚੁਗਲੀਆਂ ਕਰਕੇ, ਬਦਖੋਈ ਕਰਕੇ, ਕਿਸੇ ਦੀ ਬੇਇੱਜ਼ਤੀ ਕਰਕੇ, ਕਿਸੇ ਨੂੰ ਨੀਵਾਂ ਦਿਖਾ ਕੇ। ਅੱਗ ਹੀ ਹੈ ਨਾ ਇਹ। ਹੱਥਾਂ ਨੂੰ ਅੱਗ ਲੱਗੀ ਏ ਬੇਗਾਨੇ ਹੱਕ ਖਾਣ ਦੀ, ਪੈਰਾਂ ਨੂੰ ਅੱਗ ਲੱਗੀ ਏ ਭੈੜੇ ਪਾਸੇ ਜਾਣ ਦੀ, ਮਨ ਨੂੰ ਅੱਗ ਲੱਗੀ ਏ ਮਾੜਾ ਸੋਚਣ ਦੀ, ਵਿਕਾਰਾਂ ਦੀ ਅੱਗ। ਤੇ ਇਸ ਵਿਕਾਰਾਂ ਦੀ ਅੱਗ ਦੇ ਅੰਦਰ ਬਹੁ ਗਿਣਤੀ ਜਿਹੜੀ ਹੈ ਉਹ ਸੜ ਰਹੀ ਹੈ। ਸਾਰਿਆਂ ਦੀ ਗੱਲ ਨਹੀਂ ਹੈ ਇੱਥੇ, ਕਿਉਂਕਿ ਇਸ ਦੁਨੀਆ ਵਿੱਚ ਸਾਰੇ ਇਨਸਾਨ ਵਿਕਾਰੀ ਨਹੀਂ ਹਨ। ਬਹੁਤ ਸਾਰੇ ਚੰਗੇ ਚੰਗੇ ਲੋਕ ਨੇ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਵਿਕਾਰ ਨਹੀਂ, ਜਿਨ੍ਹਾਂ ਦੀ ਸੋਚ ਬੜੀ ਪਿਆਰੀ ਹੈ, ਜਿਨ੍ਹਾਂ ਦੇ ਬੋਲ ਬੜੇ ਚੰਗੇ ਨੇ, ਜਿਨ੍ਹਾਂ ਦਾ ਵਿਹਾਰ ਬਹੁਤ ਚੰਗਾ ਹੈ। ਐਸੇ ਲੋਕ ਇਸ ਦੁਨੀਆ ਵਿੱਚ ਮਿਲ ਜਾਂਦੇ ਨੇ। ਤੇ ਅਗਲੀ ਲਾਈਨ ਦੇ ਵਿੱਚ ਇਹਨਾਂ ਦੋਵਾਂ ਦੀ ਗੱਲ ਕੀਤੀ ਹੈ। ਖਿੰਥਾ ਜਲ ਕੋਇਲਾ ਭਈ। ਖਿੰਥਾ ਦਾ ਮਤਲਬ ਗੋਦੜੀ, ਗੋਦੜੀ ਦਾ ਮਤਲਬ ਹੈ ਸਰੀਰ, ਤੇ ਧਾਗਾ ਇਹ ਸਰੀਰ ਦੀ ਗੋਦੜੀ ਦੀਆਂ ਟਾਕੀਆਂ ਜੋੜ ਕੇ ਰੱਖਣ ਵਾਲਾ ਧਾਗਾ ਜਿੰਦ, ਜੋ ਸਾਡੀ ਸੋਚ ਹੈ। ਹੁਣ ਇੱਥੇ ਦੋ ਜਣਿਆਂ ਦੀ ਗੱਲ ਕੀਤੀ ਜਾ ਰਹੀ ਹੈ। ਖਿੰਥਾ ਜਲ ਕੋਇਲਾ ਭਈ, ਇੱਕ ਤੇ ਉਹ ਨੇ ਜਿਨ੍ਹਾਂ ਦੇ ਗਿਆਨ ਇੰਦਰੀਆਂ ਨੂੰ ਵਿਕਾਰਾਂ ਦੀ ਅੱਗ 'ਚ ਫੇਰਿਓਂ ਲੱਗੀ ਹੋਈ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਿੰਦਾ, ਚੁਗਲੀ ਦੇ ਵਿੱਚ ਫਸੇ ਹੋਏ ਨੇ। ਉਹਨਾਂ ਦਾ ਇਹ ਸਰੀਰ ਵਿਕਾਰਾਂ ਦੀ ਅੱਗ ਵਿੱਚ ਸੜ ਕੇ ਰਾਖ ਹੋ ਜਾਂਦਾ ਹੈ, ਕੋਲੇ ਹੋ ਜਾਂਦਾ ਹੈ। ਯਾਨੀ ਇਹਨਾਂ ਦਾ ਉਹ ਜੀਵਨ ਕਿਸੇ ਕੰਮ ਨਹੀਂ ਆਉਂਦਾ, ਸਗੋਂ ਉਹ ਲੋਕਾਂ ਨੂੰ ਵੀ ਦੁਖੀ ਕਰਦੇ ਨੇ। ਆਪ ਤੇ ਦੁਖੀ ਹੈ ਹੀ ਹੈ ਨੇ, ਆਪ ਤੇ ਅਸ਼ਾਂਤ ਨੇ, ਆਪ ਉਹਨਾਂ ਨੂੰ ਇੱਕ ਪਲ ਵੀ ਟਿਕਣਾ ਨਹੀਂ ਮਿਲਦਾ। ਰਾਤਾਂ ਦੀਆਂ ਨੀਂਦਾਂ ਉਹਨਾਂ ਦੀਆਂ ਉੱਡ ਜਾਂਦੀਆਂ ਨੇ, ਰਾਤ ਵੀ ਉਸਲਵਾਟੇ ਲੈਂਦੇ ਨੇ, ਪਾਸੇ ਮਾਰਦੇ ਨੇ। ਸਵੇਰੇ ਕਿਹਨੂੰ ਠੱਗਣਾ ਹੈ, ਕਿਹਨੂੰ ਮਾਰਨਾ ਹੈ, ਕਿਧਰੋਂ ਬਚਣਾ ਹੈ, ਮਾਰ ਧਾੜ। ਰਾਤ ਨੂੰ ਵੀ ਪਾਸੇ ਮਾਰਦੇ ਰਹਿੰਦੇ ਨੇ, ਦਵਾਈਆਂ ਲੈ ਲੈ ਕੇ ਨੀਂਦ ਦੀਆਂ ਸੌਂਦੇ ਨੇ। ਉਹਨਾਂ ਦੀ ਜ਼ਿੰਦਗੀ ਵਿਅਰਥ ਹੈ, ਕਿਉਂਕਿ ਉਹ ਆਪ ਵੀ ਵਿਕਾਰਾਂ ਵਿੱਚ ਫਸੇ ਤੇ ਲੋਕਾਂ ਨੂੰ ਵੀ ਦੁਖੀ ਕੀਤਾ। ਉਹਨਾਂ ਦੀ ਜਿਹੜੀ ਇਹ ਸਰੀਰ ਗੋਦੜੀ ਸੀ, ਵਿਕਾਰਾਂ ਵਿੱਚ ਜਲ ਕੇ ਰਾਖ ਹੋ ਗਈ, ਭਾਵ ਕਿ ਉਹਨਾਂ ਦਾ ਜੀਵਨ ਵਿਅਰਥ ਚਲਾ ਗਿਆ। ਤੇ ਦੂਜੇ ਉਹ ਨੇ ਜਿਹੜੇ ਸੱਚ ਦੇ ਨਾਲ ਜੁੜੇ, ਜਿਨ੍ਹਾਂ ਨੇ ਹਰੀ ਦੇ ਗੁਣ ਗਾਏ। ਤਾਗੇ ਆਂਚ ਨਾ ਲਾਗ, ਉਹਨਾਂ ਦੀ ਜਿੰਦ ਨੂੰ ਅੱਗ ਵੀ ਨਹੀਂ ਲੱਗੀ। ਅਸੀਂ ਪਿਛਲਾ ਸ਼ਲੋਕ ਵਿਚਾਰਿਆ ਨਾ ਕਿ ਕਬੀਰ ਲੋਕ ਕੇ ਨਿੰਦੇ ਬਪੁੜਾ, ਜਿਹ ਮਨ ਨਾਹੀ ਗਿਆਨ, ਉਸ ਤੋਂ ਪਹਿਲਾਂ ਭਗਤ ਨਾ ਛਾਡੋ ਰਾਮ ਕੀ, ਭਾਵੇਂ ਨਿੰਦੋ ਲੋਗ। ਯਾਨੀ ਜਿਹੜੇ ਲੋਕ ਵਿਕਾਰਾਂ ਦੇ ਵਿੱਚ ਲੱਗੇ ਰਹੇ, ਉਹਨਾਂ ਦਾ ਸਰੀਰ ਜਲ ਕੇ ਰਾਖ ਹੋ ਗਿਆ, ਉਹਨਾਂ ਦਾ ਜੀਵਨ ਬੇਕਾਰ ਹੋ ਗਿਆ। ਪਰ ਜਿਨ੍ਹਾਂ ਨੇ ਰੱਬੀ ਗੁਣ ਗਾਏ, ਭਗਤ ਨਾ ਛਾਡੋ ਰਾਮ ਕੀ, ਜਿਨ੍ਹਾਂ ਨੇ ਰੱਬੀ ਗੁਣ ਗਾਏ, ਉਹਨਾਂ ਦੀ ਜਿੰਦ ਨੂੰ ਅੱਗ ਨਾ ਲੱਗੀ, ਉਹ ਵਿਕਾਰਾਂ ਦੀ ਅੱਗ ਤੋਂ ਬਚ ਗਏ। ਉਹਨਾਂ ਦਾ ਜੀਵਨ ਸੌਖਾ ਰਿਹਾ, ਉਹ ਸ਼ਾਂਤ ਰਹੇ, ਆਪ ਵੀ ਸੁਖੀ ਰਹੇ, ਉਹਨਾਂ ਨੇ ਦੁਨੀਆ ਨੂੰ ਵੀ ਸ਼ਾਂਤ ਕੀਤਾ। ਤਾਂ ਹੁਣ ਦੇਖੋ, ਇਸ ਸ਼ਲੋਕ ਰਾਹੀਂ ਸਾਡੇ ਕੋਲ ਦੋ ਰਾਸਤੇ ਨੇ। ਇੱਕ ਰਾਸਤਾ ਤੇ ਐਸਾ ਹੈ ਕਿ ਅਸੀਂ ਆਪਣੇ ਗਿਆਨ ਇੰਦਰੀਆਂ ਨੂੰ ਵਿਕਾਰਾਂ ਦੀ ਅੱਗ ਵਿੱਚ ਸੜਨ ਦੇਈਏ ਔਰ ਆਪਣੇ ਇਸ ਜੀਵਨ ਨੂੰ ਬਰਬਾਦ ਕਰ ਲਈਏ ਤੇ ਸਮਾਜ ਅੰਦਰ ਵੀ ਅਸ਼ਾਂਤੀ ਫੈਲਾਈਏ। ਦੂਜਾ ਰਾਸਤਾ ਇਹ ਹੈ ਕਿ ਅਸੀਂ ਬਾਕੀ ਦੇ ਸਾਰੇ ਕੰਮ ਛੱਡ ਕੇ ਕਰਮ ਕਾਂਡ ਵਾਲੇ ਦੂਜੇ ਤੀਜੇ ਤੇ ਰੱਬੀ ਗੁਣਾਂ ਦੇ ਧਾਰਨੀ ਹੋਈਏ, ਰੱਬੀ ਰਜ਼ਾ ਵਿੱਚ ਤੁਰੀਏ ਤੇ ਆਪਣੀ ਜਿੰਦ ਨੂੰ ਵਿਕਾਰਾਂ ਵਿੱਚ ਸੜਨ ਤੋਂ ਬਚਾਈਏ ਔਰ ਸਾਡਾ ਪੂਰੇ ਦਾ ਪੂਰਾ ਜੀਵਨ ਸੁਰੱਖਿਅਤ ਰਹੇ, ਇਨਸਾਨੀਅਤ ਬਚੀ ਰਹੇ, ਜ਼ਮੀਰ ਬਚੀ ਰਹੇ, ਚੜ੍ਹਦੀ ਕਲਾ ਅੰਦਰ ਬਣੀ ਰਹੇ, ਸਕਾਰਾਤਮਕ ਸੋਚ ਰਹੇ ਤੇ ਅਸੀਂ ਸਮਾਜ ਨੂੰ ਵੀ ਸੁਖੀ ਤੇ ਸ਼ਾਂਤ ਕਰ ਸਕੀਏ। ਇਹ ਦੋ ਆਪਸ਼ਨ ਨੇ। ਤਾਂ ਕਬੀਰ ਜੀ ਸਾਨੂੰ ਇਹ ਆਪਸ਼ਨ ਦੀ ਚੋਣ ਕਰਨ ਦੀ ਪ੍ਰੇਰਨਾ ਕਰ ਰਹੇ ਨੇ ਕਿ ਪਿਆਰਿਓ, ਰੱਬੀ ਗੁਣਾਂ ਦੇ ਨਾਲ ਜੁੜੋ। ਬੇਸ਼ੱਕ ਲੋਕ ਤੁਹਾਡੀ ਨਿੰਦਿਆ ਕਰਨ ਕਿ ਇਹ ਕਰਮ ਕਾਂਡ ਨਹੀਂ ਕਰਦੇ, ਰੱਬੀ ਗੁਣਾਂ ਦੇ ਨਾਲ ਜੁੜੋਗੇ ਤਾਂ ਇਹ ਜੀਵਨ ਬਚਿਆ ਰਹੇਗਾ। ਕਬੀਰ ਖਿੰਥਾ ਜਲ ਕੋਇਲਾ ਪਈ, ਖਾਪਰ ਫੂਟਮ ਫੂਟ। ਇਹ ਫੂਟਮ ਫੂਟ ਜਿਹੜਾ ਨਾ, ਇਹਨੂੰ ਦੋ ਤਰ੍ਹਾਂ ਉਚਾਰਨ ਇਹਦਾ ਹੁੰਦਾ ਹੈ, ਫੂਟ, ਮਫੂਟ ਔਰ ਇੱਕ ਫੂਟਮ ਫੂਟ। ਅਰਥ ਦੋਵਾਂ ਦੇ ਇੱਕੋ ਹੀ ਨੇ, ਪਰ ਜੋ ਜ਼ਿਆਦਾ ਵਿਦਵਾਨ ਪੁਰਸ਼ਾਂ ਦੀ ਸਹਿਮਤੀ ਹੈ ਉਚਾਰਨ ਵਿੱਚ, ਉਹ ਹੈ ਫੂਟਮ ਫੂਟ। ਕਬੀਰ ਤੇ ਰੁਕਣਾ ਹੈ। ਕਬੀਰ ਖਿੰਥਾ ਜਲ ਕੋਇਲਾ ਪਈ, ਖਾਪਰ ਫੂਟਮ ਫੂਟ, ਜੋਗੀ ਬਪੁੜਾ ਖੇਲਿਓ, ਆਸਨ ਰਹੀ ਵਿਭੂਤ। ਖਿੰਥਾ ਜਲ ਕੋਇਲਾ ਪਈ ਕਿ ਜਿਹੜਾ ਸਰੀਰ ਹੈ, ਸਰੀਰ ਰੂਪੀ ਗੋਦੜੀ ਹੈ,
ਤੇ ਇਹ ਤਾਂ ਵਿਕਾਰਾਂ ਦੇ ਅੰਦਰ ਸੜ ਬਲ ਕੇ ਕੋਲਾ ਹੋ ਗਈ ਹੈ। ਔਰ ਹਕੀਕਤ ਹੈ, ਅੱਜ ਜਦੋਂ ਤੁਸੀਂ ਬਹੁ ਗਿਣਤੀ ਮਨੁੱਖਾਂ ਨੂੰ ਵੇਖੋਗੇ ਨਾ, ਤੇ ਆਮ ਮਨੁੱਖ ਦਾ ਜੀਵਨ ਜਿਹੜਾ ਹੈ ਕੋਲਾ ਹੋਇਆ ਪਿਆ ਹੈ, ਅੰਦਰੋਂ ਬੰਦਾ ਝੁਲਸਿਆ ਹੋਇਆ ਹੈ, ਸੜਿਆ ਹੋਇਆ ਹੈ। ਬੰਦੇ ਦੇ ਅੰਦਰ ਸ਼ਾਂਤੀ ਨਹੀਂ ਹੈ, ਔਰ ਇਹਦੀ ਜਿਹੜੀ ਅਸ਼ਾਂਤੀ ਹੈ ਨਾ ਮਨੁੱਖ ਦੀ, ਉਹ ਬੋਲਾਂ ਦੇ ਵਿੱਚੋਂ, ਵਿਹਾਰ ਦੇ ਅੰਦਰੋਂ ਹਰ ਟਾਈਮ ਪ੍ਰਗਟ ਹੁੰਦੀ ਰਹਿੰਦੀ ਹੈ। ਤੁਸੀਂ ਕਿਸੇ ਨੂੰ ਬੁਲਾ ਕੇ ਦੇਖੋ, ਉਹਦੀ ਬੋਲ ਬਾਣੀ ਤੋਂ ਪਤਾ ਲੱਗ ਜਾਏਗਾ। ਆਮ ਸਿਆਣੇ ਬੰਦੇ ਕਹਿੰਦੇ ਨੇ ਨਾ ਕਿ ਇਹ ਸਰੀਰ ਇੱਕ ਦੁਕਾਨ ਹੈ, ਤੇ ਜ਼ਬਾਨ ਇਸ ਦੁਕਾਨ ਦਾ ਜਿੰਦਰਾ ਹੈ। ਜਦੋਂ ਇਹ ਜਿੰਦਰਾ ਖੁੱਲਦਾ ਹੈ ਤਾਂ ਪਤਾ ਲੱਗਦਾ ਹੈ ਕਿ ਦੁਕਾਨ ਕੋਲਿਆਂ ਦੀ ਹੈ ਕਿ ਹੀਰਿਆਂ ਦੀ ਹੈ। ਬੋਲਾਂ ਤੋਂ ਹੀ ਪਤਾ ਲੱਗ ਜਾਂਦਾ ਨਾ, ਵਰਡਿੰਗ ਤੋਂ ਪਤਾ ਲੱਗ ਜਾਂਦਾ ਹੈ, ਟੋਨ ਤੋਂ ਪਤਾ ਲੱਗ ਜਾਂਦਾ ਹੈ, ਬੋਲਣ ਦੇ ਢੰਗ ਤੋਂ ਪਤਾ ਲੱਗ ਜਾਂਦਾ ਹੈ। ਬੋਲਾਂ ਦੇ ਪਿੱਛੇ ਜੋ ਸੋਚ ਹੈ ਉਹਦੇ ਤੋਂ ਪਤਾ ਲੱਗਦਾ ਹੈ ਨਾ, ਬੋਲਾਂ ਤੋਂ ਸੋਚ ਦਾ ਪਤਾ ਲੱਗ ਰਿਹਾ ਹੁੰਦਾ ਹੈ ਕਿ ਬੰਦਾ ਅੰਦਰੋਂ ਸੜਿਆ ਹੋਇਆ ਹੈ, ਅੰਦਰ ਇਹਦੇ ਖੁਸ਼ੀ ਨਹੀਂ ਹੈ, ਕੋਈ ਨਾ ਕੋਈ ਚਿੰਤਾ ਦੀ ਧੋਖ ਦੁਖੀ, ਕੋਈ ਨਾ ਕੋਈ ਦੁੱਖ ਬੰਦਾ ਆਪਣੇ ਅੰਦਰ ਛਿਪਾ ਕੇ ਫਿਰ ਰਿਹਾ ਹੈ। ਫਰਕ ਇੰਨਾ ਹੈ ਕਿ ਕਈਆਂ ਦੇ ਦੁੱਖ ਦਰਦ ਛਿਪ ਜਾਂਦੇ ਨੇ ਤੇ ਕਈਆਂ ਦੇ ਛਪ ਜਾਂਦੇ ਨੇ। ਕਈਆਂ ਦੇ ਅਖਬਾਰਾਂ ਵਿੱਚ ਛਪ ਗਏ, ਬਾਹਰ ਪਤਾ ਲੱਗ ਗਿਆ, ਪਰ ਕੁਝ ਲੋਕ ਐਸੇ ਹੁੰਦੇ ਨੇ, ਉਹ ਛੁਪਾਈ ਰੱਖਦੇ ਨੇ, ਅੰਦਰੇ ਅੰਦਰ ਸੜਦੇ ਰਹਿੰਦੇ ਨੇ। ਕੁਝ ਲੋਕ ਨੇ ਇਸ ਦੁਨੀਆ ਵਿੱਚ ਜੋ ਅੰਦਰੋਂ ਬਾਹਰੋਂ ਸ਼ਾਂਤ ਨੇ। ਤਾਂ ਕਬੀਰ ਜੀ ਸਾਨੂੰ ਸਮਝਾ ਰਹੇ ਨੇ, ਜੋਗੀ ਦਾ ਮਤਲਬ ਇੱਥੇ ਹੈ ਜੀਵ, ਜੋਗੀ ਆਮ ਜਿਹੜਾ ਬੰਦਾ ਹੈ, ਕਿ ਵਿਕਾਰਾਂ ਦੀ ਅੱਗ ਵਿੱਚ ਪੈ ਕੇ ਜਿਸ ਬਦ ਨਸੀਬ ਜੋਗੀ ਜੀਵ ਦੀ ਸਰੀਰ ਗੋਦੜੀ ਸੜ ਕੇ ਕੋਲਾ ਹੋ ਗਈ। ਖਾਪਰ ਫੂਟਮ ਫੂਟ ਤੇ ਖਾਪਰ ਹੁੰਦਾ ਹੈ ਖੱਪਰ, ਜਿਹੜਾ ਜੋਗੀਆਂ ਨੇ ਆਪਣੇ ਹੱਥ ਵਿੱਚ ਫੜਿਆ ਹੁੰਦਾ ਹੈ, ਕਾਲੇ ਦੇ ਰੰਗ ਦਾ, ਜਿਹਦੇ ਵਿੱਚ ਭਿੱਖਿਆ ਪਵਾਉਂਦੇ ਨੇ। ਤੇ ਖਿੰਥਾ ਗੋਦੜੀ ਵੀ ਸੜ ਗਈ ਤੇ ਖੱਪਰ ਵੀ ਟੁਕੜੇ ਟੁਕੜੇ ਹੋ ਗਿਆ। ਹੁਣ ਇਹ ਖੱਪਰ ਇੱਥੇ ਕਿਹੜਾ ਹੈ? ਖੱਪਰ ਹੈ ਮਨੁੱਖ ਦਾ ਮਨ, ਮਨ ਦਾ ਖੱਪਰ। ਜੋਗੀ ਖੱਪਰ ਲੈ ਕੇ ਘਰ ਘਰ ਅੱਗੇ ਮੰਗਦਾ ਹੈ ਨਾ, ਤੇ ਇਹ ਬੰਦਾ ਵੀ ਘਰ ਘਰ ਅੱਗੇ ਮੰਗ ਰਿਹਾ ਹੈ। ਸਾਰਿਆਂ ਦੀ ਗੱਲ ਨਹੀਂ, ਬਹੁ ਗਿਣਤੀ ਦੀ ਗੱਲ ਹੈ। ਕੁਝ ਲੋਕ ਨੇ ਜਿਹੜੇ ਇੱਕ ਦੇ ਨਾਲ ਜੁੜੇ ਹੋਏ ਨੇ। ਹੁਣ ਘਰ ਘਰ ਦੇ ਅੱਗੇ ਮੰਗ ਰਿਹਾ ਹੈ, ਮਨ ਖੱਪਰ ਹੈ। ਕਦੇ ਕਿਸੇ ਪੀਰ ਤੇ ਸੁਖਣਾ ਸੁਖਦਾ ਫਿਰਦਾ ਹੈ, ਕਦੇ ਕਿਸੇ ਬਾਬੇ ਕੋਲ ਪੁੱਤਰਾਂ ਵਾਸਤੇ ਸੇਬ ਲੈਣ ਚਲਾ ਜਾਂਦਾ ਹੈ, ਤੇ ਦੂਜੇ ਕੋਲ ਸਿਰ ਪੀੜ ਹਟਾਉਣ ਲਈ ਜਲ ਲਿਆਉਂਦਾ ਹੈ, ਤੇ ਤੀਜੇ ਕੋਲ ਧਨ ਵਾਸਤੇ, ਤੇ ਚੌਥੇ ਕੋਲ ਹੋਰ ਕਰਮ ਵਾਸਤੇ। ਬੰਦੇ ਦਾ ਮਨ ਮੰਗਦਾ ਫਿਰਦਾ ਨਾ, ਖਾਪਰ ਫੂਟਮ ਫੂਟ, ਟੁਕੜੇ ਟੁਕੜੇ ਹੋਇਆ ਪਿਆ। ਤੇ ਯਾਦ ਰੱਖਣਾ, ਜਦੋਂ ਤੱਕ ਮਨ ਟੁਕੜੇ ਟੁਕੜੇ ਹੋਇਆ ਪਿਆ ਹੈ ਨਾ, ਇਸ ਦਲੇ ਹੋਏ ਮਨ ਦੇ ਅੰਦਰੋਂ ਕੋਈ ਚੰਗਾ ਬੀਜ ਉਪਜਦਾ ਨਹੀਂ। ਅਸੀਂ ਆਸਾ ਕੀ ਵਾਰ ਵਿੱਚ ਚੀਜ਼ ਵਿਚਾਰੀ ਸੀ, ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੂੰ ਰੁੱਤ ਹੋਏ, ਕਿ ਜੇ ਇੱਕ ਹੋਏਗਾ ਨਾ ਮਨ ਤਾਂ ਹੀ ਹੈ ਨਾ। ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੇ ਦਾਲ, ਜੇ ਚਣੇ ਸਾਬਤ ਬੀਜੋਗੇ ਤਾਂ ਉਹ ਉੱਗਣਗੇ। ਤੇ ਜੇ ਕੋਈ ਬੰਦਾ ਦਾਲ ਬੀਜ ਦੇਵੇ ਦਲ ਕੇ, ਵੀ ਸਿੱਧੀ ਦਾਲ ਹੀ ਉੱਗ ਪੈਗੀ, ਤੇ ਦਾਲ ਤਾਂ ਉੱਗਣੀ ਨਹੀਂ ਨਾ, ਦਾਲ ਤਾਂ ਬੇਕਾਰ ਜਾਏਗੀ। ਮਨ ਹੈ ਟੁਕੜੇ ਟੁਕੜੇ ਹੋਇਆ ਪਿਆ ਹੈ, ਜਿਹਦੇ ਅੰਦਰ ਇੱਕ ਸੁਰਤਾ ਨਹੀਂ ਹੈ, ਜੋ ਇੱਕ ਦੇ ਨਾਲ ਜੁੜਿਆ ਹੋਇਆ ਨਹੀਂ ਹੈ, ਉਸ ਮਨ ਦੇ ਅੰਦਰ ਕਦੇ ਸ਼ਾਂਤੀ ਨਹੀਂ ਆਉਂਦੀ। ਤਾਂ ਕਬੀਰ ਜੀ ਕਹਿੰਦੇ ਨੇ ਇਹਦਾ ਮਨ ਵੀ ਟੁਕੜੇ ਟੁਕੜੇ ਹੋਇਆ ਪਿਆ ਹੈ, ਇੱਕ ਦੇ ਉੱਤੇ ਇਹਨੂੰ ਭਰੋਸਾ ਨਹੀਂ ਹੈ। ਕਿੰਨੇ ਕੁ ਲੋਕ ਨੇ ਜਿਨ੍ਹਾਂ ਨੂੰ ਗੁਰਬਾਣੀ ਤੇ ਭਰੋਸਾ ਹੈ, ਔਰ ਗੁਰਬਾਣੀ ਮੁਤਾਬਕ ਉਹ ਜ਼ਿੰਦਗੀ ਜੀਂਦੇ ਨੇ। ਬਾਕੀ ਆਮ ਬਹੁਤਾਤ ਗਿਣਤੀ ਤਾਂ ਵਰਤਾਂ ਨਰਾਤਿਆਂ ਸਰਾਧਾਂ ਵਿੱਚ ਤੇ ਬਾਬਿਆਂ ਤੇ ਚੌਂਕੀਆਂ ਵਾਲਿਆਂ ਤੇ ਹੋਰ ਜੋਤਸ਼ੀਆਂ ਤੇ ਕਿਧਰ ਕਿਧਰ ਲੋਕ ਖੱਜਲ ਖੁਆਰ ਹੋ ਰਹੇ ਨੇ। ਇਸੇ ਨੂੰ ਕਹਿੰਦੇ ਨੇ ਖਾਪਰ ਫੂਟਮ ਫੂਟ, ਕਿ ਮਨ ਟੁਕੜੇ ਟੁਕੜੇ ਹੋ ਗਿਆ, ਸਰੀਰ ਵਿਕਾਰਾਂ ਵਿੱਚ ਸੜ ਗਿਆ, ਮਨ ਜਿਹੜਾ ਹੈ ਦਰ ਦਰ ਦੇ ਉੱਤੇ ਫਿਰ ਫਿਰ ਕੇ ਟੁਕੜੇ ਟੁਕੜੇ ਹੋ ਗਿਆ। ਜੋਗੀ ਬੱਪੜਾ ਖੇਲਿਓ, ਬੱਪੜਾ ਦਾ ਮਤਲਬ ਵਿਚਾਰਾ, ਮੰਦ ਭਾਗਾ, ਬਦ ਕਿਸਮਤ ਜਿਹਨੂੰ ਕਹਿ ਦਿੰਦੇ ਆ। ਖੇਲਿਓ ਦਾ ਮਤਲਬ ਇਹੋ ਜੀ ਖੇਡ ਖੇਡ ਗਿਆ, ਇਹੋ ਜੀ ਜ਼ਿੰਦਗੀ ਜੀਂਦਾ ਰਿਹਾ। ਆਸਨ ਰਹੀ ਵਿਭੂਤ, ਆਸਨ ਦੇ ਨੰਨੇ ਨਾਲ ਸਿਹਾਰੀ ਹੈ, ਆਸਨ ਉੱਤੇ ਕੀ ਰਹਿ ਗਿਆ? ਨਿਰੀ ਸਵਾਹ ਰਹਿ ਗਈ। ਸਰੀਰ ਵਿਕਾਰਾਂ ਵਿੱਚ ਸੜ ਕੇ ਸਵਾਹ ਹੋ ਗਿਆ, ਖੱਪਰ ਵੀ ਭੱਜ ਗਿਆ, ਤੇ ਆਸਣ ਦੇ ਉੱਤੇ ਸਵਾਹ ਪਈ ਰਹੀ ਨਾ, ਜਿਹੜੀ ਧੂਣੀ ਲਾਂਦਾ ਸੀ ਸਵਾਹ। ਹੁਣ ਇਹਦਾ ਮਤਲਬ ਇਹ ਹੈ ਕਿ ਬੰਦੇ ਦੇ ਪੱਲੇ ਕੀ ਪਿਆ? ਸਵਾਹ। ਐਸੇ ਬੰਦੇ ਦੇ ਪੱਲੇ ਕੀ ਪਿਆ?
ਜਿਹਦਾ ਮਨ ਟੁਕੜੇ ਟੁਕੜੇ ਹੋਇਆ ਹੈ, ਦਰ-ਦਰ ਦੇ ਉੱਤੇ ਫਿਰਦਾ ਹੈ, ਤੇ ਵਿਕਾਰਾਂ ਦੇ ਵਿੱਚ ਬੰਦੇ ਦਾ ਜਿਹੜਾ ਹੈ ਤਨ ਜਲ ਗਿਆ। ਤੇ ਪੱਲੇ ਕੀ ਪਿਆਸਨ ਰਹੀ ਵਿਭੂਤ ਆਸਨ ਦਾ ਮਤਲਬ ਇਹਦੀ ਸੋਚ ਦੇ ਅੰਦਰ ਇਹਦੇ ਪੱਲੇ ਕੀ ਪਿਆਸਵਾ ਖੇਖਵਾਰੀ। ਤਾਂ ਇਹਦਾ ਮਤਲਬ ਇਹ ਹੈ ਕਿ ਐਸੀ ਜ਼ਿੰਦਗੀ ਜੀਣ ਦੇ ਨਾਲ ਬੰਦੇ ਦੇ ਪੱਲੇ ਸਿਰਫ ਖੇਖਵਾਰੀ ਪੈਂਦੀ ਹੈ। ਕਹਿੰਦੇ ਨਾ ਉਹਦੇ ਸਿਰ ਤੇ ਸਵਾਹ ਪੈ ਗਈ ਹੈ। ਹੁਣ ਸਵਾਹ ਦਾ ਮਤਲਬ ਇਹ ਨਹੀਂ ਕਿ ਉਹਦੇ ਸਿਰ ਵਿੱਚ ਕਿਸੇ ਨੇ ਸਵਾਹ ਪਾਈ ਹੁੰਦੀ ਹੈ। ਸਵਾਹ ਇੱਕ ਮੁਹਾਵਰਾ ਹੈ ਜਿਹਦੇ ਰਾਹੀਂ ਕਿ ਉਹਦੀ ਬੇਪੱਤੀ, ਉਹਦੀ ਖੁਆਰੀ ਹੋਈ ਹੈ। ਤਾਂ ਕਬੀਰ ਜੀ ਸਾਨੂੰ ਕਹਿ ਰਹੇ ਨੇ ਕਿ ਜਿਹੜਾ ਜੀਵ ਜੋਗੀ ਇਹੋ ਜਿਹਾ ਖੇਲ ਖੇਲ ਕੇ ਗਿਆ ਜ਼ਿੰਦਗੀ ਦਾ, ਉਹਦੇ ਪੱਲੇ ਕੇਵਲ ਰਾਖ ਪਈ, ਉਹਦੇ ਪੱਲੇ ਸਵਾਹ ਪਈ। ਹੁਣ ਇਹ ਬੰਦੇ ਦੇ ਡਿਪੈਂਡ ਕਰੇਗਾ ਕਿ ਕੀ ਚਾਹੁੰਦਾ ਹੈ। ਕਬੀਰ ਜੀ ਹੋਰ ਸ਼ਲੋਕ ਵਿੱਚ ਹੋਰ ਢੰਗ ਨਾਲ ਸਮਝਾ ਰਹੇ ਨੇ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕਿ ਇਸ ਜ਼ਿੰਦਗੀ ਦੇ ਅੰਦਰ ਬੰਦਾ ਸਤ, ਸੰਤੋਖ, ਦਇਆ, ਧਰਮ ਆਦਿਕ ਹੀਰੇ ਵਿਹਾਜ ਸਕਦਾ ਸੀ, ਪਰ ਇਹ ਕਾਮ, ਕ੍ਰੋਧ, ਲੋਭ, ਈਰਖਾ, ਵੈਰ ਵਿਰੋਧੀਆਂ ਕੌਡੀਆਂ ਵਿਹਾਜਦਾ ਰਿਹਾ। ਇਸ ਜ਼ਿੰਦਗੀ ਦੇ ਅੰਦਰ ਬੰਦਾ ਹੀਰੇ ਬਣਾ ਸਕਦਾ ਸੀ, ਹੀਰੇ, ਲੇਕਿਨ ਇਹ ਆਪਣੇ ਸਿਰ ਵਿੱਚ ਸਵਾਹ ਹੀ ਪਾਉਂਦਾ ਰਿਹਾ, ਵਿਕਾਰਾਂ ਦੀ ਸਵਾਹ ਪੈਂਦਾ ਰਿਹਾ। ਇਹੋ ਜਿਹੀ ਖੱਟੀ ਖੱਟੀ, ਇਹੋ ਜਿਹੀ ਖੇਲ ਖੇਲਿਆ ਜੀਵਨ ਦਾ, ਇਸ ਢੰਗ ਦੇ ਨਾਲ ਜ਼ਿੰਦਗੀ ਜੀਵੀ ਕਿ ਪੱਲੇ ਕੁਛ ਵੀ ਨਹੀਂ ਪਿਆ। ਸਾਰੀ ਜ਼ਿੰਦਗੀ ਦੁਖੀ ਹੋ ਕੇ ਮਰ ਕੇ ਸਵਾਹ ਸਿਰ ਚ ਪਾ ਕੇ ਚਲਾ ਗਿਆ। ਇਸ ਲਈ ਜੋ ਕੇਵਲ ਪਠਨ ਪਾਠਨ ਹੈ, ਕੇਵਲ ਵਿਖਾਵੇ ਦੀਆਂ ਸਮਾਧੀਆਂ ਨੇ, ਔਰ ਐਸੇ ਕਰਮ ਕਰਦਿਆਂ ਵਿਕਾਰਾਂ ਦੇ ਅੰਦਰ ਖਚਤ ਹੋਣਾ, ਇਹ ਜੀਵਨ ਕਦਾਚਿਤ ਵੀ ਠੀਕ ਨਹੀਂ ਹੈ। ਇਹ ਜੀਵਨ ਮਹਾਨ ਹੋ ਸਕਦਾ ਹੈ ਰੱਬੀ ਰਜ਼ਾ ਦੇ ਵਿੱਚ ਤੁਰਿਆ, ਔਰ ਰੱਬੀ ਗੁਣਾ ਦੇ ਧਾਰਨੀ ਹੋਣ ਦੇ ਨਾਲ ਇਹ ਜੀਵਨ ਮਹਾਨ ਹੋ ਸਕਦਾ ਹੈ। ਤੇ ਇਹ ਪੋਸੀਬਿਲਿਟੀ ਹਰ ਇਸਤਰੀ, ਪੁਰਸ਼, ਬੱਚੀ, ਬੱਚੇ, ਜਵਾਨ ਦੇ ਵਿੱਚ ਮੌਜੂਦ ਹੈ। ਅਗਲਾ ਬਚਨ ਕਰਦੇ ਨੇ ਕਬੀਰ, ਥੋੜੈ ਜਲ ਮਾਛੁਲੀ ਚੀਵਰ ਮੇਲਿਓ ਜਾਲ, ਇਹ ਟੋਗਨੈ ਨਾ ਛੂਟ ਸਹਿ ਫਿਰ ਕਰ ਸਮੁੰਦ ਸਮਾਲ। ਇਸ ਦਾ ਉਚਾਰਨ ਪਹਿਲਾਂ ਥੋੜੇ ਨਹੀਂ ਪੜਨਾ, ਥੋੜੈ ਰਾਰੇ ਨਾਲ ਦੁਲਾਈਆਂ ਨੇ। ਮਾਛਲੀ ਨਹੀਂ ਪੜਨਾ, ਛਛੇ ਥਲਿਉਂਕੜ ਹੈ ਮਾਛੁਲੀ। ਕਬੀਰ, ਥੋੜੈ ਜਲ ਮਾਛੁਲੀ ਚੀਵਰ ਮੇਲਿਓ ਜਾਲ, ਇਹ ਟੋਗਨੈ, ਟੋਗਨੇ ਨਹੀਂ ਪੜਨਾ, ਨੈ ਪੜਨਾ ਹੈ, ਇਹ ਟੋਗਨੈ ਨਾ ਛੂਟ ਸਹਿ, ਇੱਥੇ ਬਿੰਦੀ ਲਗਾਵਾਂਗੇ, ਛੂਟ ਸਹਿ, ਫਿਰ ਕਰ ਸਮੁੰਦ ਸਮਾਲ। ਸਮਾਲ ਨਹੀਂ, ਮੰਮੇ ਦੇ ਥੱਲੇ ਹਲੰਤ ਹੈ, ਚੌਥਾ ਹਿੱਸਾ ਹਾਹੇ ਦਾ, ਸਮਾਲ, ਫਿਰ ਕਰ ਸਮੁੰਦ ਸਮਾਲ। ਤਾਂ ਕਬੀਰ ਜੀ ਕਹਿ ਰਹੇ ਨੇ ਥੋੜੇ ਜਲ ਦਾ ਮਤਲਬ ਥੋੜੇ ਪਾਣੀ ਵਿੱਚ, ਜਿਵੇਂ ਛੋਟੀ ਜਿਹੀ ਕੋਈ ਛਪੜੀ ਹੋਵੇ। ਮਾਛਲੀ ਦਾ ਮਤਲਬ ਥੋੜੇ ਜਿਹੇ ਪਾਣੀ ਦੇ ਵਿੱਚ, ਛਪੜੀ ਦੇ ਵਿੱਚ ਹੋਏ ਮੱਛੀਆਂ ਹੋਣ, ਮੱਛੀ ਹੋਵੇ। ਤੇ ਮੱਛੀ ਫੜਨ ਵਾਲਾ ਕੋਈ ਝਿਊਰ ਆ ਕੇ ਜਾਲ ਪਾ ਲਵੇ। ਹੇ ਕਬੀਰ, ਥੋੜੇ ਪਾਣੀ ਵਿੱਚ ਮੱਛੀ ਰਹਿੰਦੀ ਹੋਵੇ ਤਾਂ ਝਿਊਰ ਆ ਕੇ ਜਾਲ ਪਾ ਲੈਂਦਾ ਹੈ। ਕਿਵੇਂ ਜੀਵ ਦੁਨਿਆਵੀ ਭੋਗ, ਵਿਦਿਆ, ਧਨ ਆਦਿਕ ਨੂੰ ਜੇ ਆਪਣੇ ਜੀਵਨ ਦਾ ਆਸਰਾ ਬਣਾ ਲਏ, ਤੇ ਮਾਇਆ ਦੇ ਜਿਹੜੇ ਪਾਂਚੋਂ ਲੜਕਾ ਨੇ ਉਹ ਆਸਾਨੀ ਦੇ ਨਾਲ ਆਣ ਕੇ ਗਰਸ ਲੈਂਦੇ ਨੇ, ਵਿਕਾਰ ਇਹਦੇ ਉੱਤੇ ਹਾਵੀ ਹੋ ਜਾਂਦੇ ਨੇ। ਥੋੜਾ ਜਲ, ਹੁਣ ਥੋੜਾ ਜਲ ਕਿਹੜਾ ਹੈ? ਪਿਛਲੇ ਸ਼ਲੋਕਾਂ ਵਿੱਚ ਕਹਿ ਰਹੇ ਨੇ ਨਾ, ਮੈਂ ਜਾਣਿਓ ਪੜ੍ਹਵੋ ਭਲੋ, ਪੜ੍ਹਵੇ ਸੋ ਭਲ ਜੋਗ। ਕਿ ਕੋਈ ਬੰਦਾ ਸਿਰਫ ਧਰਮ ਗ੍ਰੰਥਾਂ ਦਾ ਪਠਨ ਪਾਠਨ ਕਰ ਰਿਹਾ ਹੈ, ਵਿਦਿਆ ਹੈ ਉਹਦੇ ਕੋਲ, ਲੇਕਿਨ ਸੱਚ ਦੇ ਨਾਲ ਜੁੜਿਆ ਹੋਇਆ ਨਹੀਂ ਹੈ, ਤਾਂ ਉਹਨੂੰ ਉਹਦੇ ਉੱਤੇ ਝੀਵਰ ਆਣ ਕੇ ਜਾਲ ਪਾ ਲੈਣਗੇ। ਕਾਮ, ਕ੍ਰੋਧ ਆਦਿਕ ਉਹਨੂੰ ਆਪਣੇ ਗ੍ਰਿਫਤ ਵਿੱਚ ਲੈ ਸਕਦੇ ਨੇ, ਲੈ ਲੈਣਗੇ। ਇੱਕ ਬੰਦਾ ਸਮਾਧੀਆਂ ਲਾ ਰਿਹਾ ਹੋਵੇ, ਮੈਡੀਟੇਸ਼ਨ ਤੇ ਕਰ ਰਿਹਾ ਹੋਵੇ ਰੋਜ਼, ਲੇਕਿਨ ਸੱਚ ਦੇ ਨਾਲ ਨਾ ਜੁੜਿਆ ਹੋਵੇ, ਗਿਆਨ ਨਾ ਹੋਵੇ, ਬੇਸਮਝੀ ਹੋਵੇ, ਤਾਂ ਐਸੇ ਬੰਦੇ ਨੂੰ ਵਿਕਾਰ ਗ੍ਰਸ ਲੈਣਗੇ, ਕਾਮ ਕ੍ਰੋਧ ਆਪਣੇ ਕਬਜ਼ੇ ਵਿੱਚ ਲੈ ਲੈਣਗੇ, ਆਤਮਕ ਮੌਤ ਹੋ ਜਾਏਗੀ। ਤਾਂ ਕਬੀਰ ਜੀ ਕਹਿੰਦੇ ਨੇ ਜਿਵੇਂ ਥੋੜੇ ਜਿਹੇ ਪਾਣੀ ਦੇ ਅੰਦਰ ਮੱਛੀ ਹੋਵੇ ਤਾਂ ਉੱਥੇ ਕੋਈ ਵੀ ਝੀਵਰ ਆਣ ਕੇ ਜਾਲ ਪਾ ਲੈਂਦਾ ਤੇ ਮੱਛੀ ਉਹਦੇ ਕਾਬੂ ਆ ਜਾਂਦੀ ਹੈ। ਇਸੇ ਤਰ੍ਹਾਂ ਸੋਚ ਹੋਵੇ ਸੀਮਤ, ਹੋਛੀ ਮਤ ਹੋਵੇ, ਤੇ ਹੋਛੀ ਮਤ ਦੇ ਨਾਲ ਪਠਨ ਪਾਠਨ ਵੀ ਕਰਦਾ ਹੋਵੇ, ਧਰਮ ਗ੍ਰੰਥਾਂ ਦਾ ਵਰਤਨ ਰਾਤੇ ਸਰਾਧ ਵੀ ਕਰਦਾ ਹੋਵੇ, ਤੀਰਥਾਂ ਤੇ ਵੀ ਨਹਾਉਂਦਾ ਹੋਵੇ, ਮਾਲਾ ਫੇਰਦਾ ਹੋਵੇ, ਸਮਾਧੀਆਂ ਲਾਉਂਦਾ ਹੋਵੇ, ਤਾਂ ਇਹੋ ਜਿਹਾ ਬੰਦਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚ ਨਹੀਂ ਸਕਦਾ ਇਹਨਾਂ ਕੰਮਾਂ ਦੇ ਨਾਲ।
इसलिए कबीर जी कह रहे ने ਇਹ ਟੋਗਨੇ ਨਾ ਛੂਟ ਸੈ। ਟੋਗਨੇ ਦਾ ਮਤਲਬ ਟੋਬੇ, ਛੱਪੜ, ਟੋਏ, ਨਿੱਕੇ ਨਿੱਕੇ ਟੋਏ। ਕਬੀਰ ਜੀ ਕਹਿੰਦੇ ਨੇ ਹੇ ਮੱਛੀ, ਇਸ ਟੋਏ ਵਿੱਚ ਤੂੰ ਰਹਿ ਕੇ ਝੀਂਵਰ ਦੇ ਜਾਲ ਤੋਂ ਨਹੀਂ ਬਚ ਸਕਦੀ। ਨਿੱਕੇ ਨਿੱਕੇ ਟੋਇਆਂ ਦੇ ਵਿੱਚ ਤਾਂ ਮੱਛੀ ਦਾ ਬਚਣਾ ਔਖਾ ਹੈ ਨਾ, ਕਿਉਂਕਿ ਇੱਕ ਪਾਸੇ ਬੰਨੀ ਲੋਕ ਲਾ ਕੇ ਤੇ ਪਾਣੀ ਦੂਜੇ ਪਾਸੇ ਛਿੰਝ ਕੇ ਤੇ ਮੱਛੀ ਫੜ ਲੈਂਦੇ ਨੇ। ਪਿੰਡਾਂ ਦੇ ਵਿੱਚ ਤੁਸੀਂ ਦੇਖਦੇ ਰਹੇ, ਕਈ ਲੋਕ ਚਾਦਰ ਦੇ ਜਾਲ ਜਿਹਾ ਬਣਾ ਕੇ ਤੇ ਮੱਛੀਆਂ ਫੜ ਲੈਂਦੇ ਛੱਪੜਾਂ ਚੋਂ, ਛੋਟਿਆਂ ਛੋਟਿਆਂ ਚੋਂ, ਤੇ ਸਾਰੀਆਂ ਦੀਆਂ ਸਾਰੀਆਂ ਲੈ ਜਾਂਦੇ ਸੀ ਕੱਢ ਕੇ। ਕਬੀਰ ਜੀ ਕਹਿੰਦੇ ਨੇ ਇਸ ਟੋਗਨੇ ਵਿੱਚ, ਇਹਨਾਂ ਟੋਇਆਂ ਵਿੱਚ ਨਾ ਛੂਟ ਸੈ, ਇਹ ਮੱਛੀ ਤੂੰ ਨਹੀਂ ਬਚ ਸਕਦੀ। ਫਿਰਕਰ ਸਮੁੰਦ ਸੰਭਾਲ। ਫਿਰਕਰ ਦਾ ਮਤਲਬ ਫਿਰ ਕੇ, ਯਤਨ ਕਰਕੇ। ਸਮੁੰਦ ਸੰਭਾਲ, ਸੰਭਾਲ ਦਾ ਮਤਲਬ ਲੱਭ, ਸਮੁੰਦਰ ਲੱਭ, ਸਮੁੰਦਰ ਵਿੱਚ ਲੱਭ, ਸਮੁੰਦਰ ਦੀ ਭਾਲ ਕਰ, ਸਮੁੰਦਰ ਵਿੱਚ ਤੂੰ ਬਚ ਸਕਦੀ ਹੈ। ਤਾਂ ਇੱਥੇ ਗੱਲ ਆਮ ਮੱਛੀ ਦੀ ਨਹੀਂ, ਇੱਕ ਮਿਸਾਲ ਦਿੱਤੀ ਹੈ ਸਿਰਫ। ਇੱਥੇ ਟੋਏ ਨੇ, ਛੋਟੇ ਛੋਟੇ ਟੋਏ ਆ, ਬਾਬਿਆਂ ਕੋਲ ਚਲੇ ਗਏ, ਛਪੜੀਆਂ ਨੇ, ਵਰਤਨ ਰਾਤੇ ਸਰਾਹ ਦੇ ਨਿੱਕੀਆਂ ਨਿੱਕੀਆਂ ਛਪੜੀਆਂ ਨੇ। ਜਪ ਤਪ ਸੰਜਮ, ਪਠਨ ਪਾਠਨ, ਮਾਲਾਵਾਂ ਫੇਰਨੀਆਂ, ਸਮਾਧੀਆਂ ਲਾਣੀਆਂ, ਜੰਗਲਾਂ ਵਿੱਚ ਚਲੇ ਜਾਣੇ, ਗ੍ਰਸਤ ਦਾ ਤਿਆਗ, ਇਹ ਨਿੱਕੇ ਨਿੱਕੇ ਟੋਏ ਨੇ, ਛਪੜੀਆਂ ਨੇ। ਇਹਨਾਂ ਵਿੱਚ ਨਹੀਂ ਬੰਦਾ ਬਚ ਸਕਦਾ। ਜੇ ਬੰਦਾ ਚਾਹੇ ਕਿ ਮੈਂ ਆਤਮਕ ਮੌਤੇ ਬਚ ਜਾਵਾਂ ਤਾਂ ਇਹਨਾਂ ਕੰਮਾਂ ਦੇ ਨਾਲ ਬਿਲਕੁਲ ਵੀ ਨਹੀਂ ਬਚ ਪਾਏਗਾ। ਸਾਰੀ ਪਾਵਨ ਬਾਣੀ ਪੜ੍ਹ ਕੇ ਵੇਖ ਲਓ, ਗੁਰੂ ਜੀ ਕਿੰਨੇ ਪਿਆਰ ਨਾਲ ਸਮਝਾਉਂਦੇ ਨੇ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬੰਧੇ। ਪਿਆਰੇ ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਦੇਖੋ ਗਿਣੇ ਨੇ ਨਾ ਸਾਰੇ ਕਰਮ। ਪਾਠ ਪੜਿਓ ਸਭ ਤੋਂ ਪਹਿਲੇ ਨੰਬਰ ਤੇ ਲੈ ਰਹੇ ਨੇ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਪਾਠ ਬਾਣੀ ਪੜ੍ਹਨੀ ਨਹੀਂ, ਗੱਲ ਇਹ ਪੜ੍ਹ ਕੇ ਅਮਲ ਕਰਨਾ ਹੈ, ਬਾਣੀ ਦੇ ਉੱਤੇ, ਸੱਚ ਦੇ ਉੱਤੇ ਤੁਰਨਾ ਹੈ। ਮੋਨ ਪਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਦਾ ਛੁਟਕੇ ਨਾਹੀ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਧਰਾਏ। ਤਾਂ ਇਹਨਾਂ ਕੰਮਾਂ ਦੇ ਨਾਲ ਨਹੀਂ ਨਾ ਬੰਦਾ ਛੁੱਟਿਆ। ਦੇਸ਼ ਛੋੜ ਪਰਦੇਸੈਂ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ, ਕਾਨ ਫਰਾਏ ਹਿਰਾਏ ਟੂਕਾ, ਘਰ ਘਰ ਮੰਗੈ ਤ੍ਰਿਪਤਾਵਨ ਤੇ ਚੂਕਾ। ਬਨਤਾ ਛੋੜ ਬਦ ਨਦਰ ਪਰ ਨਾਰੀ, ਵੇਸ਼ ਨ ਪਾਈਐ ਮਹਾ ਦੁਖਿਆਰੀ। ਬੋਲੇ ਨਾਹੀ ਹੋਏ ਬੈਠਾ ਮੋਨੀ, ਅੰਤਰ ਕਲਪ ਪੁਆਈਐ ਜੂਨੀ। ਅੰਨ ਤੇ ਰਹਿਤਾ ਦੁਖ ਦੇਹੀ ਸਹਿਤਾ, ਹੁਕਮ ਨਾ ਬੂਝੈ ਵਿਆਪਿਆ ਮਮਤਾ। ਗੱਲ ਤੇ ਹੁਕਮ ਬੁੱਝ ਜਾਂਦੀ ਸੀ। ਤਾਂ ਇਹਨਾਂ ਟੋਇਆਂ ਦੇ ਵਿੱਚ ਨਹੀਂ ਬਚਿਆ ਜਾਣਾ, ਆਤਮਕ ਮੌਤ ਤੋਂ ਨਹੀਂ ਬਚ ਪਾਓਗੇ। ਫਿਰਕਰ ਸਮੁੰਦ ਸੰਭਾਲ ਦਾ ਮਤਲਬ ਯਤਨ ਕਰਕੇ ਰੱਬੀ ਗੁਣਾਂ ਦੀ ਸੰਭਾਲ ਕਰੋ, ਰੱਬ ਦੀ ਸਿਫਤ ਸਲਾਹ ਕਰੋ, ਰੱਬੀ ਹੁਕਮ ਦੇ ਵਿੱਚ ਤੁਰੋ। ਰੱਬ ਦਾ ਹੁਕਮ ਇੱਕ ਮਹਾਨ ਵੱਡਾ ਸਮੁੰਦਰ ਹੈ, ਜਿਸ ਦੇ ਅੰਦਰ ਤੁਹਾਡੇ ਉੱਤੇ ਕੋਈ ਵਿਕਾਰ ਆਪਣਾ ਪ੍ਰਭਾਵ ਨਹੀਂ ਪਾ ਸਕੇਗਾ। ਉਸ ਪਾਣੀ ਨੇ ਕਦੇ ਮੁੱਕਣਾ ਨਹੀਂ ਸਮੁੰਦਰ ਦੇ ਨੇ। ਯਾਨੀ ਰੱਬੀ ਰਜ਼ਾ ਦੇ ਵਿੱਚ ਤੁਰਨਾ ਔਰ ਰੱਬੀ ਗੁਣਾਂ ਦੇ ਧਾਰਨੀ ਹੋਣਾ ਹੀ ਆਤਮਕ ਮੌਤ ਤੋਂ ਬਚਾਅ ਦਾ ਇੱਕੋ ਇੱਕ ਸਾਧਨ ਹੈ। ਕੋਈ ਕਰਮਕਾਂਡ, ਕੋਈ ਬਾਬਾ, ਕੋਈ ਜੋਤਸ਼ੀ, ਕੋਈ ਮੰਤਰ, ਕੋਈ ਬੇਕਬਰ, ਕੋਈ ਤੁਹਾਨੂੰ ਨਹੀਂ ਬਚਾ ਸਕਦਾ। ਸਿਰਫ ਰੱਬੀ ਗੁਣ ਜਿਹੜੇ ਨੇ ਉਹ ਸਾਨੂੰ ਆਤਮਕ ਮੌਤ ਤੋਂ ਬਚਾ ਸਕਦੇ ਨੇ, ਦੁੱਖਾਂ ਤੋਂ ਬਚਾ ਸਕਦੇ ਨੇ। ਔਰ ਇਹ ਸਾਫ਼ ਸੁਥਰੀ ਗੱਲ ਹੈ, ਸਮਝ ਆਉਣ ਵਾਲੀ। ਜੇ ਅਸੀਂ ਸੱਚ ਬੋਲਾਂਗੇ ਤੇ ਝੂਠ ਤੋਂ ਆਟੋਮੈਟਿਕਲੀ ਬਚ ਜਾਵਾਂਗੇ। ਦਇਆ ਕਰਾਂਗੇ, ਕੁਦਇਆ ਤੋਂ ਆਪ ਹੀ ਬਚਾ ਹੋ ਜਾਏਗਾ। ਪ੍ਰੇਮ ਨਾਲ ਰਹਾਂਗੇ, ਕ੍ਰੋਧ ਸਾਡਾ ਆਪੇ ਖੇੜਾ ਛੱਡ ਜਾਏਗਾ। ਇਮਾਨਦਾਰੀ ਦਾ ਗੁਣ ਧਾਰਨ ਕਰਾਂਗੇ, ਬੇਈਮਾਨੀ ਆਪੇ ਖਤਮ ਹੋ ਜਾਣੀ ਹੈ। ਜ਼ਿੰਦਗੀ ਚੋਂ ਦੁੱਖ ਆਟੋਮੈਟਿਕ ਖਤਮ ਹੋ ਜਾਣਗੇ। ਸਿੰਪਲ ਗੱਲ। ਅਗਲਾ ਬਚਨ ਕਰਦੇ ਨੇ ਕਬੀਰ, ਸਮੁੰਦ ਨਾ ਛੋਡੀਐ ਜੋ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡ ਤੇ ਭਲੋ ਨਾ ਕਹਿ ਹੈ ਕੋਈ। ਕਬੀਰ ਜੀ ਕਹਿੰਦੇ ਨੇ ਸਮੁੰਦਰ ਨਹੀਂ ਛੱਡਣਾ ਚਾਹੀਦਾ, ਚਾਹੇ ਉਹਦਾ ਪਾਣੀ ਖਾਰਾ ਹੀ ਹੈ। ਹੁਣ ਕਈਆਂ ਨੇ, ਵਿਦਵਾਨਾਂ ਨੇ ਇੱਥੇ ਖਾਰੇ ਦਾ ਅਰਥ ਵੱਡਾ ਵੀ ਕੀਤਾ ਹੈ ਕਿ ਜੋ ਬਹੁਤ ਵੱਡਾ ਹੈ। ਤਾਂ ਕਬੀਰ ਜੀ ਕਹਿ ਰਹੇ ਨੇ ਕਿ ਹੇ ਕਬੀਰ, ਸਮੁੰਦਰ ਨਹੀਂ ਛੱਡਣਾ ਚਾਹੀਦਾ ਜਿਸ ਦਾ ਪਾਣੀ ਚਾਹੇ ਖਾਰਾ ਹੀ ਹੋਵੇ। ਯਾਨੀ ਰੱਬੀ ਗੁਣਾਂ ਦੇ ਧਾਰਨੇ ਸਾਨੂੰ ਹੋਣਾ ਚਾਹੀਦਾ ਹੈ, ਕਿਉਂਕਿ ਰੱਬੀ ਜਿਹੜੇ ਗੁਣ ਨੇ ਨਾ, ਉਹ ਇੱਕ ਅਲੂਣੀ ਸਿਲ ਚੱਟਣ ਦੇ ਬਰਾਬਰ ਨੇ।
ਰੱਬੀ ਗੁਣ ਧਾਰਨ ਕਰਨ ਦੇ ਵਿੱਚ ਸੱਚ ਬੋਲੋਗੇ ਤਾਂ ਕਈ ਸਾਰੇ ਲੋਕ ਤੁਹਾਡੇ ਨਾਲ ਨਾਰਾਜ਼ ਹੋ ਸਕਦੇ ਨੇ, ਕਈਆਂ ਨੂੰ ਪ੍ਰੋਬਲਮ ਹੋਏਗੀ, ਕਈਆਂ ਨੂੰ ਨਹੀਂ, ਆਮ ਹੋ ਜਾਂਦੀ। ਜੇ ਕੋਈ ਬੋਲੇ ਸੱਚ, ਕੂੜਾ ਜਲ ਜਾਵੇ। ਤੁਸੀਂ ਕਿਸੇ ਦੀ ਝੂਠੀ ਸਿਫਤ ਕਰੀ ਜਾਓ, ਉਹਨੂੰ ਬੜੀ ਖੁਸ਼ੀ ਹੁੰਦੀ ਹੈ, ਹਾਲਾਂਕਿ ਉਹਨੂੰ ਵੀ ਪਤਾ ਹੁੰਦਾ ਹੈ ਕਿ ਸਾਹਮਣੇ ਵਾਲਾ ਬੰਦਾ ਝੂਠ ਬੋਲ ਰਿਹਾ। ਕੋਈ ਝੂਠੀ ਸਿਫਤ ਕਰੇ ਤਾਂ ਕਿੰਨੀ ਖੁਸ਼ੀ ਹੁੰਦੀ ਹੈ ਨਾ, ਹਾਲਾਂਕਿ ਆਪਣੇ ਆਪ ਨੂੰ ਪਤਾ ਹੁੰਦਾ ਹੈ ਕਿ ਮੇਰੇ ਵਿੱਚ ਇਹ ਗੁਣ ਨਹੀਂ ਹਨ, ਲੇਕਿਨ ਫਿਰ ਵੀ ਬੰਦਾ ਖੁਸ਼ੀ ਮੰਨਦਾ ਹੈ। ਤੇ ਜੇ ਕਿਸੇ ਦੇ ਔਗਣ ਤੁਸੀਂ ਕਿਸੇ ਨੂੰ ਦੱਸਦੇ ਹੋ ਨਾ, ਤੁਹਾਡੇ ਗਲ ਪਵੇਗਾ। ਔਰ ਅਸੀਂ ਵੀ ਗਲ ਪੈ ਜਾਂਦੇ, ਜੇ ਕੋਈ ਸਾਡੇ ਕਵੇ, ਅਸੀਂ ਕਿਹੜਾ ਘੱਟ। ਪ੍ਰੋਬਲਮ ਤਾਂ ਹੈ ਨਾ। ਤਾਂ ਕਬੀਰ ਜੀ ਕਹਿੰਦੇ ਨੇ, ਰੱਬ ਨੂੰ ਨਹੀਂ ਛੱਡਣਾ ਚਾਹੀਦਾ, ਰੱਬੀ ਗੁਣਾਂ ਨੂੰ ਨਹੀਂ ਛੱਡਣਾ ਚਾਹੀਦਾ, ਸਮੁੰਦਰ ਦਾ ਤਿਆਗ ਨਹੀਂ ਕਰਨਾ ਚਾਹੀਦਾ ਜੋ ਬਹੁਤ ਮਹਾਨ ਹੈ, ਬੇਸ਼ੱਕ ਖਾਰਾ ਕਿਉਂ ਨਾ ਹੋਵੇ। ਪੋਖਰ ਪੋਖਰ ਢੂੰਡ ਤੇ, ਪੋਖਰ ਦਾ ਮਤਲਬ ਛਪੜੀਆਂ। ਢੂੰਡ ਤੇ, ਢੂਡ ਤੇ ਨਹੀਂ ਪੜਨਾ, ਢੂੰਡ ਤੇ, ਪਹਿਲੇ ਢੱਡੇ ਤੇ ਟਿੱਪੀ ਲਗਾਵਾਂਗੇ। ਢੂੰਡ ਤੇ, ਢੂੰਡ ਤੇ ਦਾ ਮਤਲਬ ਲੱਭਦੇ ਆ। ਛੱਪੜ ਛੱਪੜ ਦੇ ਜਿਹੜੇ ਆਸਰੇ ਲੱਭਦੇ ਆ, ਕੋਈ ਬੰਦਾ ਭਲਾ ਨਹੀਂ ਕਹਿੰਦਾ। ਸਮੁੰਦਰ ਦੀ ਸੈਰ ਕਰਨ ਜਾਓ ਤੇ ਤੁਸੀਂ ਵੀ ਮਾਣ ਦੇ ਨਾਲ ਕਹੋਗੇ ਨਾ, ਅੱਜ ਸੀ ਸਾਈਡ ਗਏ ਸਾਂ, ਬੀਚ ਤੇ ਗਏ ਸਾਂ, ਸਮੁੰਦਰ ਤੇ ਗਏ, ਬੜਾ ਵੀ ਆਨੰਦ ਮਾਣਿਆ। ਤੇ ਜੇ ਕੋਈ ਕਹੇ ਕਿ ਅੱਜ ਮੈਂ ਪਿੰਡ ਵਾਲੇ ਗੰਦੇ ਛੱਪੜ ਚ ਨਹਾ ਕੇ ਆਇਆ, ਦੱਸਣ ਲੱਗਿਆ ਵੀ ਸ਼ਰਮ ਆਏਗੀ ਨਾ, ਤੇ ਲੋਕਾਂ ਨੇ ਕਹਿਣਾ ਕਿਹੜੀ ਬਹਾਦਰੀ ਕਰ ਆਇਆ, ਫਿੱਟੇ ਮੂੰਹ ਨਹਾ ਕੇ ਆਇਆ, ਤੇ ਹੁਣ ਨਹਾ ਕੇ ਪਰ ਮੇਰੇ ਨੂੰ ਹੱਥ ਲਾਈ। ਲੋਕਾਂ ਨੇ ਹੀ ਕਹਿਣਾ ਨਾ, ਮੇਰੇ ਨਾਲ ਨੇੜੇ ਲੱਗੇ ਗੰਦੇ ਛੱਪੜ ਚ ਨਹਾ ਕੇ ਆਇਆ। ਲੇਕਿਨ ਸਮੁੰਦਰ ਤੇ ਜੇ ਤੁਸੀਂ ਦੱਸੋਗੇ ਤਾਂ ਤੁਹਾਨੂੰ ਵੀ ਮਾਣ ਮਹਿਸੂਸ ਹੋਏਗਾ। ਲੋਕ ਵੀ ਕਹਿਣਗੇ ਕਮਾਲ ਯਾਰ, ਕੱਲਾ ਹੀ ਚਲਾ ਗਿਆ, ਸਾਨੂੰ ਵੀ ਦੱਸ, ਮੈਨੂੰ ਵੀ ਲੈ ਜਾਂਦਾ ਨਾਲ, ਸਮੁੰਦਰ ਹੀ ਵਿਖਾ ਦੇ। ਤਾਂ ਛੱਪੜੀਆਂ ਦੇ ਵਿੱਚ ਹੱਥ ਮਾਰਿਆ ਕੋਈ ਚੰਗਾ ਨਹੀਂ ਕਹਿੰਦਾ। ਇਸ ਲਈ ਕਦੇ ਵੀ ਸਮੁੰਦਰ ਨੂੰ ਨਾ ਛੱਡੋ, ਰੱਬ ਨੂੰ ਨਾ ਛੱਡੋ, ਗੁਰੂ ਨੂੰ ਨਾ ਛੱਡੋ। ਇਹਨਾਂ ਛੱਪੜੀਆਂ ਦੇ ਵਿੱਚ ਫਿਰਿਆ ਕੋਈ ਚੰਗਾ ਨਹੀਂ ਕਹਿਣ ਲੱਗਾ। ਆ ਜਿੰਨੇ ਵੀ ਤੁਹਾਡੇ ਬਾਬੇ ਡੇਰੇ ਨੇ, ਆ ਮੜੀਆਂ ਨੇ, ਮਸਾਨ ਨੇ, ਕਬਰਾਂ ਨੇ, ਵਰਤ ਨੇ, ਨਰਾਤੇ ਨੇ, ਸਰਾਧ ਨੇ, ਜਿੰਨੇ ਵੀ ਆ ਮਾਲਾ ਸ਼ਾਲਾ ਫੇਰਨੀਆਂ, ਛੱਪੜੀਆਂ ਹੀ ਨੇ। ਭਲੋ ਨਾ ਕਹੇ, ਇਹਨਾਂ ਨਿੱਕੇ ਨਿੱਕੇ ਆਸਰੇ ਲੈਣ ਦੇ ਨਾਲ ਕੋਈ ਭਲਾ ਨਹੀਂ ਕਹਿੰਦਾ। ਗਿੱਦੜ ਦੀ ਸ਼ਰਨ ਵਿੱਚ ਚਲੇ ਜਾਓ, ਕੋਈ ਭਲਾ ਨਹੀਂ ਕਵੇਗਾ। ਜੇ ਸ਼ੇਰ ਤੁਹਾਡਾ ਰਾਖਾ ਹੋਵੇ, ਸਾਰੀ ਜੰਗਲ ਦੇ ਜਾਨਵਰ ਨੇੜੇ ਨਹੀਂ ਲੱਗਣ ਲੱਗੇ। ਸਿੰਘ ਸਰਨ ਕਤ ਜਾਈਏ, ਜੋ ਜੰਬੂ ਗ੍ਰਸ ਹੈ, ਸਾਰੇ ਡਰ ਮੁੱਕ ਜਾਣਗੇ। ਇਸ ਲਈ ਕਬੀਰ ਜੀ ਕਹਿੰਦੇ ਨੇ, ਸਮੁੰਦਰ, ਰੱਬ ਨੂੰ ਲੱਭੋ, ਰੱਬ ਦੇ ਗੁਣਾਂ ਦੇ ਧਾਰਨੀ ਹੋਵੋ। ਛੱਪੜੀਆਂ ਦੇ ਵਿੱਚ ਹੱਥ ਮਾਰਿਆ ਕੋਈ ਭਲਾ ਨਹੀਂ ਕਵੇਗਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਸਾਗਰ ਦੀ ਨਿਆਈ ਨੇ, ਤੇ ਬਾਕੀ ਜਿਹੜੇ ਆ ਤੁਸੀਂ ਸਮਝ ਹੀ ਗਏ ਹੋ, ਬਾਬੇ ਵਗੈਰਾ ਵਗੈਰਾ, ਸਾਰੇ ਛੱਪੜੀਆਂ ਦੀ ਤਰ੍ਹਾਂ ਨੇ। ਤੇ ਇਹ ਕੋਈ ਭਲਾ ਕੰਮ ਨਹੀਂ ਹੈ ਛੱਪੜੀਆਂ ਦੇ ਵਿੱਚ ਹੱਥ ਮਾਰਨਾ, ਵੱਡੇ ਆਸਰੇ ਨੂੰ ਛੱਡ ਕੇ, ਰੱਬੀ ਗੁਣਾਂ ਨੂੰ ਛੱਡ ਕੇ, ਰੱਬੀ ਰਜਾ ਨੂੰ ਛੱਡ ਕੇ। ਤੇ ਜੇ ਕੋਈ ਮੰਤਰਾਂ ਜੰਤਰਾਂ ਔਰ ਜੋਤਿਸ਼ਾਂ ਦੇ ਉੱਤੇ ਆਸਰਾ ਲਈ ਫਿਰੇ ਤਾਂ ਉਹਨੂੰ ਕੋਈ ਚੰਗਾ ਥੋੜੀ ਕਵੇਗਾ। ਕਿਉਂਕਿ ਕੋਈ ਵੀ ਜੋਤਸ਼ੀ, ਕੋਈ ਵੀ ਬਾਬਾ, ਕੋਈ ਵੀ ਕਰਾਮਾਤੀ ਇਹ ਸਿਸਟਮ ਨੂੰ ਬਦਲ ਨਹੀਂ ਸਕਦਾ। ਜੇ ਕੋਈ ਬਾਬੇ ਸਾਰੇ ਰਲ ਕੇ ਵੀ ਕਹਿਣ ਵੀ ਅੱਜ ਸੂਰਜ ਨਾ ਚੜੇ, ਤਾਂ ਕਦੇ ਐਵੇਂ ਹੋਣਾ ਹੀ ਨਹੀਂ। ਤੇ ਜੇ ਕਹਿਣ ਵੀ ਅੱਜ ਚੜਿਆ ਤੇ ਸੂਰਜ ਥੋੜਾ ਲੇਟ ਛਿਪੇ, ਕਦੇ ਹੋਣਾ ਹੀ ਨਹੀਂ ਨਾ ਐਸਾ। ਕਦੇ ਹੁਣ ਸਾਰੇ ਬਾਬੇ ਰਲ ਕੇ ਕਹਿਣ ਵੀ ਹੁਣ ਦਿੱਲੀ ਕਿਸਾਨ ਵਿਚਾਰੇ ਬਾਹਰ ਠੰਡ ਵਿੱਚ ਬੈਠੇ ਨੇ ਤੇ ਅਸੀਂ ਉੱਥੇ ਮੌਸਮ ਬਦਲ ਦਈਏ, ਗਰਮੀ ਕਰ ਦਈਏ, ਤੇ ਹੋਣਾ ਹੀ ਨਹੀਂ ਹੈ, ਕਦੇ ਹੋਣਾ ਹੀ ਨਹੀਂ ਨਾ। ਇਸ ਲਈ ਰੱਬੀ ਰਜਾ ਨੂੰ ਨਾ ਛੱਡੋ, ਰੱਬੀ ਰਜਾ ਵਿੱਚ ਤੁਰੋ, ਰੱਬੀ ਗੁਣਾਂ ਦੇ ਧਾਰਨੀ ਹੋਵੋ। ਛੱਪੜੀਆਂ ਛੱਪੜੀਆਂ ਦੇ ਵਿੱਚ ਲੱਭਦਿਆਂ ਕੋਈ ਭਲਾ ਨਹੀਂ ਕਹਿੰਦਾ, ਕੋਈ ਚੰਗਾ ਨਹੀਂ ਕਹਿੰਦਾ। ਕਬੀਰ ਨੇ ਗੁਸਾਏ ਬਹਿ ਗਏ, ਥਾਂਗੀ ਨਾਹੀ ਕੋਏ, ਦੀਨ ਗਰੀਬੀ ਆਪਣੀ ਕਰਤੇ ਹੋਏ ਸੋ ਹੋਏ। ਇਸ ਦਾ ਉਚਾਰਨ ਨੇ ਗੁਸਾਏ ਬਹਿ ਗਏ, ਥਾਂਗੀ, ਥਾਂਗੀ ਨਹੀਂ ਬੋਲਣਾ, ਗੱਗਾ ਨਹੀਂ ਘੱਗਾ ਬੋਲਣਾ, ਥਾਂਗੀ ਨਾਹੀ ਕੋਏ। ਦੀਨ ਗਰੀਬੀ ਆਪਣੀ, ਆਪਣੀ ਨਹੀਂ ਪੜਨਾ, ਐੜੇ ਦੇ ਨਾਲ ਕੰਨਾ ਲੱਗਾ ਹੋਇਆ, ਪੱਪੇ ਥੱਲੇ ਔਂਕੜ ਦੀ ਆਵਾਜ਼ ਆਏਗੀ, ਆਪਣੀ ਕਰਤੇ ਹੋਏ ਸੋ ਹੋਏ। ਨੇ ਗੁਸਾਏ ਦਾ ਮਤਲਬ ਜਿਨ੍ਹਾਂ ਦਾ ਕੋਈ ਖਸਮ ਨਹੀਂ। ਬਹਿ ਗਏ ਦਾ ਮਤਲਬ ਰੁੜ ਗਏ। ਥਾਂਗੀ ਦਾ ਮਤਲਬ ਹੁੰਦਾ ਹੈ ਸਹਾਰਾ ਦੇਣ ਵਾਲਾ, ਥੰਮਣ ਵਾਲਾ ਮਲਾਹ, ਜੋ ਬੇੜੇ ਨੂੰ ਚਲਾਉਣ ਵਾਲੇ ਮਲਾਹ ਨੇ ਨਾ। ਇੱਥੇ ਥਾਂਗੀ ਦਾ ਮਤਲਬ ਹੈ ਮਲਾਹ। ਗੋ ਦਾ ਮਤਲਬ ਸ੍ਰਿਸ਼ਟੀ, ਸਾਈਂ ਦਾ ਮਤਲਬ ਮਾਲਕ, ਗੁਸਾਈ ਦਾ ਮਤਲਬ ਧਰਤੀ ਦਾ ਮਾਲਕ ਪ੍ਰਭੂ। ਨੇ ਗੁਸਾਏ ਦਾ ਮਤਲਬ ਨਿਖਸਮੇ। ਬਹਿ ਗਏ ਦਾ ਮਤਲਬ ਰੁੜ ਗਏ, ਤੇ ਥਾਂਗੀ ਦਾ ਮਤਲਬ ਮਲਾਹ ਯਾਨੀ ਗੁਰੂ।
ਕਬੀਰ ਜੀ ਕਹਿੰਦੇ ਨੇ ਇਹ ਸੰਸਾਰ ਮਾਨੋ ਇੱਕ ਸਮੁੰਦਰ ਹੈ ਜਿਸ ਵਿੱਚੋਂ ਜੀਵਾਂ ਦੇ ਜ਼ਿੰਦਗੀ ਦੇ ਬੇੜੇ ਤਰ ਕੇ ਲੰਘ ਰਹੇ ਨੇ। ਵਿਕਾਰਾਂ ਦੇ ਵਿੱਚੋਂ ਲੰਘਣਾ ਹੈ, ਜ਼ਿੰਦਗੀ ਜੀ ਰਹੇ ਆ। ਪਰ ਜੇ ਕਿਸੇ ਬੇੜੇ ਦੇ ਅੰਦਰ ਮਲਾਹ ਹੀ ਨਾ ਹੋਵੇ, ਮਲਾਹ ਨਾ ਹੋਵੇ ਤੇ ਬੰਦੇ ਉਹਦੇ ਵਿੱਚ ਚੜ੍ਹ ਦਿੱਤੇ ਜਾਣ ਤੇ ਬੇੜੀ ਨੂੰ ਸਮੁੰਦਰ ਵਿੱਚ ਛੱਡ ਦਿੱਤਾ ਜਾਏ ਤੇ ਉਹਦਾ ਕੀ ਬਣੇਗਾ? ਜਾਂ ਕੋਈ ਮਲਾਹ ਅਣਜਾਣ ਹੋਵੇ ਤੇ ਉਹ ਕੀ ਬਣੇਗਾ? ਹਰੀਕੇ ਪੱਤਨ ਦੇਖਿਆ ਸੀ ਨਾ, ਕਿਸੇ ਮੈਨੂੰ ਨਹੀਂ ਯਾਦ, ਕਿਸੇ ਬਾਬੇ ਦੇ ਫੁੱਲ ਤਾਰਨ ਵਾਸਤੇ ਕੁਛ ਗਏ ਸਨ ਤੇ ਸਵਾਰੀਆਂ ਘੱਟ ਵਿੱਚ ਬਿਠਾਣੀਆਂ ਸੀ, ਜ਼ਿਆਦੀਆਂ ਬਿਠਾ ਲਈਆਂ ਤੇ ਮਲਾਹ ਵੀ ਅਣਜਾਣ ਤੇ ਉਹ ਬੇੜੀ ਡੁੱਬ ਗਈ ਸੀ ਨਾ। ਤੇ ਕਿੰਨੇ ਸਾਰੇ 12-13 ਜਿਹੜੇ ਬੰਦੇ ਸਨ ਉਹ ਮੌਤ ਦੇ ਮੂੰਹ ਚਲੇ ਗਏ ਸੀ। ਤਾਂ ਸਮੁੰਦਰ ਦੇ ਵਿੱਚੋਂ ਬੇੜੇ ਲੰਘ ਰਹੇ ਨੇ ਤੇ ਜੇ ਬੇੜੇ ਦੇ ਉੱਤੇ ਕੋਈ ਮਲਾਹ ਹੀ ਨਾ ਹੋਵੇ ਤਾਂ ਉਹ ਤਾਂ ਰੁੜ ਜਾਏਗਾ, ਉਹ ਤੇ ਡੁੱਬ ਜਾਏਗਾ। ਜਿਹੜੇ ਸਿਆਣੇ ਮਲਾਹ ਨੇ ਉਹ ਹੀ ਬੇੜੇ ਨੂੰ ਪਾਰ ਕਰ ਸਕਦੇ, ਤੇ ਜਿਨ੍ਹਾਂ ਬੇੜਿਆਂ ਦਾ ਕੋਈ ਮਲਾਹ ਹੀ ਨਹੀਂ ਉਹਨਾਂ ਨੇ ਤੇ ਰੁੜ ਹੀ ਜਾਣਾ ਹੈ ਨਾ। ਕਬੀਰ ਜੀ ਕਹਿੰਦੇ ਨੇ ਇਹ ਸਮੁੰਦਰ ਸੰਸਾਰ ਮਾਨੋ ਇੱਕ ਸਮੁੰਦਰ ਦੀ ਤਰ੍ਹਾਂ ਹੈ ਜਿਹਦੇ ਵਿੱਚੋਂ ਸਾਡੇ ਜੀਵਨ ਦੇ ਬੇੜੇ ਲੰਘ ਰਹੇ ਨੇ ਤੇ ਜਿਹੜੇ ਨਿਖਸਮੇ ਨੇ, ਯਾਨੀ ਜਿਨ੍ਹਾਂ ਦਾ ਜੀਵਨ ਦਾ ਕੋਈ ਮੱਲਾ ਨਹੀਂ ਹੈ, ਜੋ ਗੁਰੂ ਗਿਆਨ ਦੀ ਅਗਵਾਈ ਵਿੱਚ ਨਹੀਂ ਚੱਲ ਰਹੇ, ਜੋ ਆਪ ਖੁਦਰੇ ਨੇ, ਬਹਿ ਗਏ ਦਾ ਮਤਲਬ ਉਹ ਰੁੜ ਜਾਂਦੇ ਨੇ, ਉਹਨਾਂ ਦੇ ਜੀਵਨ ਬੇੜੇ ਡੁੱਬ ਜਾਂਦੇ ਨੇ। ਕਾਮ ਵਿੱਚ, ਕ੍ਰੋਧ ਵਿੱਚ, ਲੋਭ ਵਿੱਚ, ਮੋਹ ਵਿੱਚ, ਹੰਕਾਰ ਵਿੱਚ, ਝੂਠ ਵਿੱਚ, ਈਰਖਾ ਵਿੱਚ, ਦਵੇਸ਼ ਵਿੱਚ ਬੰਦੇ ਦੀ ਸੋਚ ਡੁੱਬ ਜਾਂਦੀ ਹੈ। ਤੇ ਜਿਹੜੇ ਗਿਆਨ ਗੁਰੂ ਦੀ ਅਗਵਾਈ ਵਿੱਚ ਜ਼ਿੰਦਗੀ ਜੀ ਰਹੇ ਨੇ ਕਿ ਮੈਂ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਣੀ ਹੈ, ਉਹਨਾਂ ਦਾ ਜੀਵਨ ਦਾ ਬੇੜਾ ਬਚ ਜਾਂਦਾ ਹੈ। ਜਦੋਂ ਕਿਤੇ ਡੁੱਬਣ ਲੱਗਦਾ ਨਾ ਬੇੜਾ, ਜਦੋਂ ਮੈਂ ਝੂਠ ਬੋਲਣ ਲੱਗਦਾ ਹਾਂ ਤੇ ਜੇ ਮੈਂ ਗੁਰੂ ਦੀ ਬਾਣੀ ਨਾਲ ਜੁੜਿਆ ਤੇ ਮੇਰੇ ਅੰਦਰੋਂ ਆਵਾਜ਼ ਆਏਗੀ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਕੂੜ ਬੋਲ ਮੁਰਦਾਰ ਖਾਏ, ਤਾਂ ਮੈਨੂੰ ਗੁਰੂ ਬਚਾ ਲਵੇਗਾ। ਜਦ ਕਿਤੇ ਮੈਂ ਪਰਤਰੀਏ ਰੂਪ ਨੂੰ ਕਾਮੁਕ ਨਜ਼ਰਾਂ ਦੇ ਨਾਲ ਤੱਕਾਂਗਾ ਤੇ ਮੇਰੇ ਅੰਦਰੋਂ ਆਵਾਜ਼ ਆ ਜਾਏਗੀ, ਪਰਤਰੀਏ ਰੂਪ ਨਾ ਪੇਖੈ ਨੇਤਰ, ਗੁਰੂ ਮੈਨੂੰ ਡੁੱਬਣ ਤੋਂ ਬਚਾ ਲਵੇਗਾ। ਜਦੋਂ ਮੈਂ ਬੇਗਾਨਾ ਹੱਕ ਖਾਣ ਲੱਗਾਂਗਾ ਤਾਂ ਗੁਰੂ ਦੀ ਬਾਣੀ ਦੀ ਆਵਾਜ਼ ਆਏਗੀ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਮੈਂ ਬੇਗਾਨਾ ਹੱਕ ਨਹੀਂ ਖਾਵਾਂਗਾ, ਡੁੱਬਣ ਤੋਂ ਬਚ ਜਾਵਾਂਗਾ। ਉਹ ਲੋਕ ਡੁੱਬ ਜਾਂਦੇ ਨੇ ਜੋ ਆਪ ਖੁਦਰੇ ਨੇ, ਜੋ ਗਿਆਨ ਗੁਰੂ ਦੀ ਅਗਵਾਈ ਵਿੱਚ ਜ਼ਿੰਦਗੀ ਨਹੀਂ ਜੀਂਦੇ, ਜੋ ਰੱਬੀ ਰਜ਼ਾ ਵਿੱਚ ਨਹੀਂ ਰਹਿੰਦੇ, ਰੱਬੀ ਗੁਣਾਂ ਨੂੰ ਫਾਲੋ ਨਹੀਂ ਕਰਦੇ। ਉਹਨਾਂ ਦੇ ਜੀਵਨ ਬੇੜੇ ਵਿਕਾਰਾਂ ਵਿੱਚ ਡੁੱਬ ਜਾਂਦੇ ਨੇ, ਰਿਸ਼ਤੇ ਨਾਤੇ ਬਿਖਰ ਜਾਂਦੇ ਨੇ, ਪਰਿਵਾਰ ਟੁੱਟ ਜਾਂਦੇ ਨੇ, ਮਿੱਤਰਤਾ ਵਿੱਚ ਦਰਾਰਾਂ ਪੈ ਜਾਂਦੀਆਂ ਨੇ, ਸਮਾਜ ਦੇ ਅੰਦਰ ਉਥਲ ਪੁਥਲ ਹੋ ਜਾਂਦੀ ਹੈ, ਵਿਸ਼ਵਾਸ ਨਹੀਂ ਰਹਿੰਦਾ, ਵਿਸ਼ਵਾਸਘਾਤੀ ਲੋਕ ਹੋ ਜਾਂਦੇ ਨੇ। ਐਸੀ ਜ਼ਿੰਦਗੀ ਮਨੁੱਖ ਦੀ ਬਣ ਜਾਂਦੀ ਹੈ। ਅਗਲਾ ਬਚਨ ਕਰਦੇ ਨੇ, ਦੀਨ ਗਰੀਬੀ ਆਪਣੀ ਕਰਤੇ ਹੋਏ ਸੋ ਹੋਏ। ਪਹਿਲੀ ਪੰਕਤੀ ਵਿੱਚ ਉਹਨਾਂ ਦੀ ਗੱਲ ਹੈ ਜਿਨ੍ਹਾਂ ਦੇ ਜੀਵਨ ਦੇ ਬੇੜੇ ਤੇ ਕੋਈ ਮਲਾਹ ਨਹੀਂ ਹੈ, ਜਿਹੜੇ ਨਿਖਸਮੇ ਨੇ, ਆਪ ਖੁਦਰੇ ਨੇ, ਆਪਣੀ ਮਰਜ਼ੀ ਨਾਲ ਜ਼ਿੰਦਗੀ ਜੀ ਰਹੇ ਨੇ, ਜੋ ਮਨ ਵਿੱਚ ਆਇਆ ਉਹ ਕਰੀ ਜਾ ਰਹੇ ਨੇ। ਇੱਕ ਤੇ ਨੇ ਉਹ। ਹੁਣ ਦੂਜੇ ਨੇ ਦੀਨ ਗਰੀਬੀ ਆਪਣੀ। ਦੀਨ ਦਾ ਮਤਲਬ ਦੀਨਤਾ, ਦੀਨ ਗਰੀਬੀ ਦਾ ਮਤਲਬ ਨਿਮਰਤਾ। ਕੁਝ ਲੋਕ ਨੇ ਨਿਮਰਤਾ ਵਿੱਚ ਰਹਿੰਦੇ ਨੇ। ਜਿਨ੍ਹਾਂ ਬੰਦਿਆਂ ਨੇ ਆਪਣੀ ਸਿਆਣਪ ਛੱਡ ਕੇ, ਚਤੁਰਾਈਆਂ ਛੱਡ ਕੇ, ਨਿਮਰਤਾ ਤੇ ਗਰੀਬੀ ਧਾਰ ਕੇ ਗੁਰੂ ਮਲਾਹ ਦਾ ਆਸਰਾ ਲਿਆ ਹੁੰਦਾ ਹੈ, ਉਹ ਸੰਸਾਰ ਸਮੁੰਦਰ ਦੀਆਂ ਠਿੱਲਾਂ ਦੇਖ ਕੇ ਘਾਬਰਦੇ ਨਹੀਂ, ਸਗੋਂ ਉਹਨਾਂ ਨੂੰ ਪਤਾ ਹੁੰਦਾ ਹੈ ਕਰਤੇ ਹੋਏ ਸੋ ਹੋਏ, ਕਿ ਜੋ ਰੱਬ ਵੱਲੋਂ ਹੋਣਾ ਹੈ ਇਸ ਦੁਨੀਆ ਵਿੱਚ ਉਹ ਕੁਛ ਵਾਪਰਨਾ ਹੈ। ਇਹ ਚੀਜ਼ ਸਮਝਣ ਵਾਲੀ ਹੈ ਕਿ ਜੋ ਕੁਛ ਰੱਬ ਵੱਲੋਂ, ਕੁਦਰਤ ਵੱਲੋਂ ਹੋਣਾ ਹੈ ਇੱਥੇ ਉਹ ਵਾਪਰਨਾ ਹੈ। ਤੇ ਇਹ ਚੀਜ਼ ਅਸੀਂ ਜਪਜੀ ਸਾਹਿਬ ਵਿੱਚ ਬੜੀ ਚੰਗੀ ਤਰ੍ਹਾਂ ਵਿਚਾਰ ਆਏ ਹਾਂ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਲਿਖਿਆ ਨਾਲ ਦਾ ਮਤਲਬ ਜਦੋਂ ਤੋਂ ਇਹ ਸੰਸਾਰ ਹੋਂਦ ਵਿੱਚ ਆਇਆ, ਤੇ ਹੁਕਮ ਰਜ਼ਾਈ ਦਾ ਮਤਲਬ ਹੈ ਸਿਸਟਮ। ਜਿਨ੍ਹਾਂ ਨੇ ਆਪਣੀ ਮਤ ਸਿਆਣਪ ਛੱਡ ਕੇ ਗੁਰੂ ਮਲਾਹ ਦਾ ਆਸਰਾ ਲਿਆ ਹੁੰਦਾ ਹੈ ਔਰ ਜੋ ਨਿਮਰਤਾ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਇਸ ਚੀਜ਼ ਦੀ ਸਮਝ ਹੁੰਦੀ ਹੈ ਕਿ ਜੋ ਕੁਦਰਤੀ ਨੇਮ ਨੇ, ਰੱਬੀ ਨਿਯਮਾਵਲੀ ਹੈ, ਉਹੀ ਇਸ ਸੰਸਾਰ ਦੇ ਅੰਦਰ ਹੋਣੀ ਹੈ।
ਉਹਦੇ ਤੋਂ ਬਾਹਰ ਕੁਝ ਨਹੀਂ ਹੋ ਸਕਦਾ, ਤਾਂ ਫਿਰ ਉਹ ਜਿਹੜੇ ਲੋਕ ਨੇ ਰੱਬੀ ਰਜ਼ਾ ਔਰ ਭਾਣੇ ਵਿੱਚ ਤੁਰਦੇ ਨੇ, ਉਹਨਾਂ ਦੇ ਜੀਵਨ ਦੇ ਬੇੜੇ ਬਚ ਜਾਂਦੇ ਨੇ, ਉਹ ਰੁੜਨ ਤੋਂ ਬਚ ਜਾਂਦੇ ਨੇ। ਉਹਨਾਂ ਦਾ ਜੀਵਨ ਦਾ ਬੇੜਾ ਰੁੜਦਾ ਨਹੀਂ, ਉਹ ਵਿਕਾਰਾਂ ਵਿੱਚ ਨਹੀਂ ਰੁੜਦੇ, ਵਿਕਾਰਾਂ ਵਿੱਚ ਖਚਤ ਨਹੀਂ ਹੁੰਦੇ। ਕੌਣ? ਜਿਨ੍ਹਾਂ ਨੇ ਗੁਰੂ ਦਾ ਆਸਰਾ ਲਿਆ ਹੁੰਦਾ ਹੈ, ਔਰ ਜਿਹੜੇ ਲੋਕ ਨਿਮਰਤਾ ਦੇ ਵਿੱਚ ਰਹਿੰਦੇ ਨੇ, ਰੱਬੀ ਰਜ਼ਾ ਦੇ ਵਿੱਚ ਜੋ ਤੁਰਦੇ ਨੇ, ਉਹ ਰੱਬੀ ਰਜ਼ਾ ਨੂੰ ਸਮਝ ਕੇ ਰਜ਼ਾ ਮੁਤਾਬਕ ਜੀਵਨ ਬਿਤਾਉਂਦੇ ਨੇ, ਉਹਨਾਂ ਦਾ ਜੀਵਨ ਦਾ ਬੇੜਾ ਵਿਕਾਰਾਂ ਵਿੱਚ ਨਹੀਂ ਰੁੜਦਾ, ਉਹ ਆਤਮਿਕ ਮੌਤੇ ਨਹੀਂ ਮਰਦੇ। ਅਗਲਾ ਬਚਨ ਕਰਦੇ ਨੇ ਕਬੀਰ, ਬੈਸਨੋ ਕੀ ਕੂਕਰ ਭਲੀ, ਸਾਕਤ ਕੀ ਬੁਰੀ ਮਾਏ, ਉਹ ਨਿਤ ਸੁਨੇ ਹਰ ਨਾਮ ਜਸ, ਉਹ ਪਾਪ ਵਿਸਾਹਨ ਜਾਏ। ਬੈਸਨੋ ਦਾ ਮਤਲਬ ਇੱਥੇ ਹੈ ਰੱਬ ਦਾ ਜਿਹੜਾ ਭਗਤ ਹੈ, ਰੱਬੀ ਰਜ਼ਾ ਦੇ ਵਿੱਚ ਤੁਰਦਾ ਹੈ। ਇੱਥੇ ਦੋ ਬਿਰਤੀਆਂ ਨੇ, ਇੱਕ ਰੱਬ ਦੇ ਪਿਆਰੇ ਦੀ ਬਿਰਤੀ ਹੈ ਤੇ ਦੂਜੀ ਇਹ ਸਾਕਤ ਦੀ ਬਿਰਤੀ, ਸਾਕਤ ਦੀ ਮੱਤ। ਰੱਬ ਦੇ ਪਿਆਰੇ ਦੀ ਬਿਰਤੀ ਨੂੰ ਕਹਿ ਰਹੇ ਨੇ ਕੂਕਰ। ਕੂਕਰ ਦਾ ਮਤਲਬ ਕੁੱਤੀ। ਹੁਣ ਕੁੱਤੇ ਦੀ ਇੱਕ ਚੰਗੀ ਆਦਤ ਹੈ, ਉਹ ਕਿਹੜੀ ਆਦਤ ਹੈ? ਕਿ ਕੁੱਤਾ ਵਫਾਦਾਰ ਹੈ। ਕੁੱਤੇ ਦੀ ਚੰਗੀ ਆਦਤ ਹੈ ਨਾ, ਗੁਰਬਾਣੀ ਦੇ ਵਿੱਚ ਉਸ ਗੁਣ ਨੂੰ ਬਿਆਨ ਕੀਤਾ ਗਿਆ ਹੈ ਕਿ ਜੇ ਤੂੰ ਪ੍ਰਭੂ ਦੀ ਭਗਤੀ ਕਰਨੀ ਹੈ ਤਾਂ ਜੈਸੇ ਆਪਣਾ ਜਿਵੇਂ ਸਵਾਨ ਜਿਹੜਾ ਨਾ, ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ। ਮਾਲਕ ਦਾ ਘਰ ਨਹੀਂ ਛੱਡਦਾ ਕੁੱਤਾ। ਜੇ ਮਾਲਕ ਥੋੜਾ ਝਿੜਕੇ ਵੀ ਤੇ ਚੌਂ ਚੌਂ ਕਰਕੇ ਮਾਲਕ ਦੀਆਂ ਲੱਤਾਂ ਵੱਲ ਹੀ ਆਉਂਦਾ, ਮਾਲਕ ਦਾ ਘਰ ਛੱਡਦਾ ਨਹੀਂ, ਵਫਾਦਾਰੀ ਹੈ। ਤਾਂ ਇੱਥੇ ਰੱਬ ਦੇ ਜੋ ਭਗਤ ਨੇ ਉਹਨਾਂ ਦੀ ਬਿਰਤੀ ਦੀ ਗੱਲ ਕੀਤੀ ਜਾ ਰਹੀ ਹੈ ਕਿ ਰੱਬ ਦੇ ਜੋ ਪਿਆਰੇ ਨੇ ਉਹਨਾਂ ਦੀ ਇਹ ਬਿਰਤੀ ਹੈ ਕਿ ਉਹ ਵਫਾਦਾਰ ਨੇ, ਉਹ ਰੱਬ ਦਾ ਦਰ ਛੱਡਦੇ ਨਹੀਂ, ਉਹਨਾਂ ਦੀ ਇਹ ਸੋਚ ਬੜੀ ਚੰਗੀ ਹੈ। ਸਾਕਤ ਕੀ ਬੁਰੀ ਮਾਏ, ਤੇ ਸਾਕਤ ਜਿਹੜੀ ਬਿਰਤੀ ਹੈ ਉਹ ਮਾਇਆ ਵਾਲੀ ਹੈ, ਉਹ ਬਿਰਤੀ ਜਿਹੜੀ ਹੈ ਮਾਇਆ ਵਾਲੀ ਹੈ। ਤੇ ਮਾਇਆ ਦੀ ਬਿਰਤੀ ਕੀ ਹੈ? ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਜਿੱਥੇ ਮਾਇਆ ਵਾਲੀ ਸੋਚ ਹੈ ਉੱਥੇ ਮੇਰ ਤੇਰ ਦੇ ਵਿਤਕਰੇ ਨੇ, ਉੱਥੇ ਸੈਲਫਿਸ਼ਨੈਸ ਹੈ, ਉੱਥੇ ਰੱਬ ਭੁੱਲਿਆ ਹੋਇਆ ਹੈ। ਇਸ ਲਈ ਰੱਬ ਨਾਲੋਂ ਟੁੱਟੇ ਹੋਏ ਬੰਦੇ ਦੀ ਮੱਤ ਜਿਹੜੀ ਹੈ ਮਾੜੀ ਹੈ, ਸੋਚ ਮਾੜੀ ਹੈ। ਇੱਕ ਰੱਬੀ ਪਿਆਰਿਆਂ ਦੀ ਸੋਚ ਹੈ, ਨਿਮਰਤਾ ਵਾਲੀ ਹੈ। ਕੂਕਰ ਇੱਥੇ ਨਿਮਰਤਾ ਦਾ ਪ੍ਰਤੀਕ ਹੈ ਔਰ ਵਫਾਦਾਰੀ ਦਾ ਪ੍ਰਤੀਕ ਹੈ। ਜੋ ਰੱਬ ਦੇ ਪਿਆਰੇ ਨੇ ਉਹਨਾਂ ਦੇ ਅੰਦਰ ਵਫਾਦਾਰੀ ਔਰ ਨਿਮਰਤਾ ਹੈ, ਇਹ ਸੋਚ ਭਲੀ ਹੈ, ਉਹ ਚੰਗੇ ਨੇ। ਜੋ ਸਾਕਤ ਦੀ ਸੋਚ ਹੈ ਉਹ ਮਾਇਆ ਵਾਲੀ ਹੈ, ਰੱਬ ਨਾਲੋਂ ਟੁੱਟੇ ਹੋਏ ਦੀ, ਉਹ ਬੁਰੀ ਹੈ। ਇਹ ਇੱਕ ਬੁਰਾ ਔਰ ਇੱਕ ਭਲਾ ਕਿਉਂ ਹੈ? ਕਿਉਂਕਿ ਉਹ ਨਿਤ ਸੁਨੇ ਹਰ ਨਾਮ ਜਸ, ਉਹ ਪਾਪ ਵਿਸਾਹਨ ਜਾਏ। ਜੋ ਰੱਬੀ ਪਿਆਰੇ ਦੀ ਸੋਚ ਹੈ ਨਾ, ਉਹਦੀ ਸੋਚ ਇਹ ਹੈ ਕਿ ਰੱਬ ਦੇ ਗੁਣ ਸੁਣਦਾ ਹੈ, ਸਿਫਤ ਸਲਾਹ ਸੁਣਦਾ ਹੈ, ਸਿਫਤ ਸਲਾਹ ਕਰਦਾ ਹੈ, ਗੁਣ ਗਾਉਂਦਾ ਹੈ ਔਰ ਗੁਣਾਂ ਬਾਰੇ ਸੁਣਦਾ ਹੈ। ਇਸ ਕਰਕੇ ਉਹ ਭਲਾ ਹੈ, ਇਹ ਸੋਚ ਭਲੀ ਹੈ। ਉਹ ਪਾਪ ਵਿਸਾਹਨ ਜਾਏ। ਤੇ ਜਿਹੜਾ ਸਾਕਤ ਰੱਬ ਦੇ ਨਾਲੋਂ ਟੁੱਟਿਆ ਹੋਇਆ ਨਾ, ਉਹ ਪਾਪ ਵਿਹਾਜਣ ਜਾਂਦਾ ਹੈ। ਵਿਸਾਹਨ ਦਾ ਮਤਲਬ ਪਾਪ ਵਿਹਾਜਣ ਜਾਂਦਾ ਹੈ। ਉਹ ਘਰੋਂ ਜਦੋਂ ਵੀ ਨਿਕਲੇਗਾ ਪਾਪ ਵਿਹਾਜੇਗਾ, ਈਰਖਾ ਕਰੇਗਾ ਕਿਸੇ ਨਾਲ, ਚੋਰੀ ਕਰੇਗਾ ਕਿਸੇ ਦੀ, ਕ੍ਰੋਧ ਦੇ ਨਾਲ ਬੋਲੇਗਾ, ਕਿਸੇ ਦੀ ਬੇਪੱਤੀ ਕਰੇਗਾ। ਇਹ ਸਾਰੇ ਪਾਪ ਕਰਮ ਕਰਨ ਵਾਸਤੇ ਜਾਂਦਾ ਹੈ। ਰੱਬੀ ਰਜ਼ਾ ਦੇ ਨਾਲੋਂ, ਰੱਬੀ ਗੁਣਾਂ ਦੇ ਨਾਲੋਂ ਟੁੱਟਿਆ ਹੋਇਆ ਜੋ ਬੰਦਾ ਹੈ, ਇਸ ਲਈ ਉਹਦੀ ਸੋਚ ਮਾੜੀ ਹੈ, ਉਹਦਾ ਸੰਗ ਮਾੜਾ ਹੈ। ਤੇ ਜਿਹੜਾ ਰੱਬ ਦਾ ਪਿਆਰਾ ਹੈ ਉਹਦੀ ਸੋਚ ਨਿਮਰਤਾ ਵਾਲੀ ਹੈ ਔਰ ਉਹਦੀ ਸੋਚ ਵਫਾਦਾਰੀ ਵਾਲੀ ਹੈ। ਇਸ ਲਈ ਰੱਬ ਦਾ ਪਿਆਰਾ ਔਰ ਉਹਦੀ ਸੰਗਤ ਕਰਨੀ ਭਲੀ ਹੈ। ਤੇ ਜਿਹੜਾ ਰੱਬ ਨਾਲੋਂ, ਸੱਚ ਨਾਲੋਂ ਟੁੱਟਿਆ ਹੋਇਆ ਇਨਸਾਨ ਹੈ, ਉਹਦੀ ਸੋਚ ਵੀ ਮਾੜੀ ਹੈ, ਉਹਦੀ ਸੰਗਤ ਵੀ ਮਾੜੀ ਹੈ। ਗੁਰੂ ਪਾਤਸ਼ਾਹ ਜੀ ਰਹਿਮਤ ਔਰ ਬਖਸ਼ਿਸ਼ ਕਰਨ ਕਿ ਅਸੀਂ ਆਪਣੀ ਸੋਚ ਨੂੰ ਗੁਰਬਾਣੀ ਮੁਤਾਬਕ ਬਣਾ ਸਕੀਏ।